ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ। ਸਾਡੇ ਨਾਲ ਜੁੜੇ ਹੋਏ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ। ਬਹੁਤ-ਬਹੁਤ ਸਵਾਗਤ ਹੈ ਡੱਲਾ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਹਰਜੋਤ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਵੀ ਔਰ ਦੁਨੀਆ ਭਰ ਦੇ ਪੰਜਾਬੀਆਂ ਦਾ ਵੀ ਬਹੁਤ-ਬਹੁਤ ਧੰਨਵਾਦ। ਡੱਲਾ ਜੀ, ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੇ ਬੀਜੇਪੀ ਦੀ ਕੌਮੀ ਲੀਡਰਸ਼ਿਪ ਵੱਲੋਂ ਜੋ ਪ੍ਰਕਾਸ਼ ਸਿੰਘ ਬਾਦਲ ਨੂੰ ਸਤਿਕਾਰ ਦਿੱਤਾ ਗਿਆ, ਉਸ ਤੋਂ ਬਾਅਦ ਜੋ ਅਸੀਂ ਗੱਲ ਕਰੀਏ ਸਿਆਸੀ ਹਲਕਿਆਂ ਦੇ ਵਿੱਚ ਚਰਚਾਵਾਂ ਜ਼ੋਰਾਂ ਤੇ ਚੱਲ ਰਹੀਆਂ ਨੇ ਕਿ ਕੀ ਹੁਣ ਅਕਾਲੀ ਅਤੇ ਭਾਜਪਾ ਦਾ ਗੱਠਜੋੜ ਜੋ ਹੈ ਦੁਬਾਰਾ ਹੋ ਸਕਦਾ ਹੈ। ਕਈ ਤਰ੍ਹਾਂ ਦੇ ਸਵਾਲ ਇਸ ਉੱਪਰ ਖੜੇ ਹੋ ਰਹੇ ਨੇ। ਹਾਲਾਂਕਿ ਇਸ ਦੇ ਉੱਪਰ ਬੀਜੇਪੀ ਦੇ ਜਿਹੜੇ ਲੀਡਰ ਨੇ ਉਹਨਾਂ ਨੇ ਸਾਫ਼ ਤੌਰ ਤੇ ਕੋਰੀ ਨਾ ਵੀ ਕੀਤੀ ਹੈ ਕਿ ਅਜਿਹਾ ਕਿਸੇ ਵੀ ਹਾਲਾਤ ਵਿੱਚ ਨਹੀਂ ਹੋ ਸਕਦਾ। ਅਗਰ ਆਪਾਂ ਗੱਲ ਕਰੀਏ ਪੰਜਾਬ ਬੀਜੇਪੀ ਪ੍ਰਧਾਨ ਅਸ਼ਵਨੀ ਸ਼ਰਮਾ ਦੀ, ਉਹਨਾਂ ਨੇ ਵੀ ਸਾਫ਼ ਤੌਰ ਤੇ ਗੱਲ ਕਹੀ ਹੈ ਕਿ ਅਜਿਹਾ ਅਕਾਲੀ ਦਲ ਅਤੇ ਬੀਜੇਪੀ ਦੇ ਗੱਠਜੋੜ ਦੀ ਕੋਈ ਵੀ ਸੰਭਾਵਨਾ ਨਹੀਂ ਹੈ। ਦੂਜੇ ਪਾਸੇ ਜੋ ਮੰਤਰੀ ਨੇ ਹਰਦੀਪ ਪੁਰੀ, ਉਹਨਾਂ ਨੇ ਵੀ ਇਸੇ ਗੱਲ ਦਾ ਇਸ਼ਾਰਾ ਕੀਤਾ। ਪਰ ਅਗਰ ਅਜਿਹੀਆਂ ਚਰਚਾਵਾਂ ਚੱਲ ਰਹੀਆਂ ਨੇ ਤਾਂ ਆਉਂਦੇ ਸਮੇਂ ਦੇ ਵਿੱਚ ਕੀ ਸੰਭਾਵਨਾਵਾਂ ਦੇਖੀਆਂ ਜਾ ਸਕਦੀਆਂ ਨੇ, ਇਸ ਦੇ ਉੱਪਰ ਜ਼ਰੂਰ ਚਰਚਾ ਕਰਨੀ ਬਣਦੀ ਹੈ ਕਿ ਕੀ ਅਕਾਲੀ ਦਲ ਅਤੇ ਭਾਜਪਾ ਦਾ ਗੱਠਜੋੜ ਹੋ ਸਕਦਾ ਹੈ। ਜੇਕਰ ਹੋ ਸਕਦਾ ਹੈ ਤਾਂ ਕਿਹੜੀਆਂ ਸਥਿਤੀਆਂ ਵਿੱਚ, ਕਦੋਂ ਹੋ ਸਕਦਾ ਹੈ। ਹੁਣੇ ਸੰਭਾਵਨਾਵਾਂ ਬਣਦੀਆਂ ਦਿਖਦੀਆਂ ਨੇ ਕਿ ਜਾਂ ਫਿਰ ਲੰਬੇ ਸਮੇਂ ਬਾਅਦ ਅਜਿਹਾ ਕੁਝ ਹੋਣ ਦੀ ਸੰਭਾਵਨਾ ਦਿਖਦੀ ਹੈ ਤੇ ਇਸ ਪਿੱਛੇ ਕੀ ਕੀ ਫੈਕਟਰ ਨੇ, ਕਿਉਂਕਿ ਹਰੇਕ ਦੇ ਮੂੰਹ ਤੇ ਇਹ ਸਵਾਲ ਜ਼ਰੂਰ ਹੈ। ਪੰਜਾਬ ਦੇ ਵਿੱਚ ਅਕਾਲੀ ਦਲ ਅਤੇ ਬੀਜੇਪੀ ਦਾ ਭਵਿੱਖ ਕਿਵੇਂ ਦਾ ਦਿਖਦਾ ਹੈ? ਅਗਰ ਆਪਾਂ ਇਹਨਾਂ ਸੰਭਾਵਨਾਵਾਂ ਨੂੰ ਵੀ ਦੇਖੀਏ, ਤੁਹਾਡਾ ਐਨਾਲਿਸਿਸ ਇਸ ਸਭ ਦੇ ਉੱਪਰ ਕੀ ਕਹਿੰਦਾ ਹੈ? ਹਰਜੋਤ ਜੀ, ਬਹੁਤ ਜ਼ਿਆਦਾ ਤੁਸੀਂ ਭਖਿਆ ਹੋਇਆ ਸਵਾਲ ਪੁੱਛਿਆ। ਸਭ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਦੇ ਵਿੱਚ ਸਭ ਤੋਂ ਵੱਧ ਸਿਆਸੀ ਭੜਥੂ ਇਸੇ ਗੱਲ ਦਾ ਪਿਆ ਹੋਇਆ ਕਿ ਕੀ ਅਕਾਲੀ ਤੇ ਭਾਜਪਾ ਦਾ ਗਠਬੰਧਨ ਦੁਬਾਰਾ ਹੋਵੇਗਾ ਜਾਂ ਨਹੀਂ ਹੋਏਗਾ। ਔਰ ਤੁਹਾਡਾ ਦੇਖੋ, ਜਿਹੜਾ ਤੁਹਾਡਾ ਸਵਾਲ ਹੈ, ਤੁਹਾਡੇ ਸਵਾਲ ਦੇ ਵਿੱਚ ਬਹੁਤ ਗਹਿਰੇ ਅਰਥ ਨੇ। ਤੁਸੀਂ ਪੁੱਛਿਆ ਕੀ ਹੋ ਸਕਦਾ ਹੈ, ਕਦੋਂ ਹੋ ਸਕਦਾ ਹੈ, ਕੀ ਬਾਅਦ ਦੇ ਵਿੱਚ ਹੋਏਗਾ। ਸੋ ਇੱਕ ਸਵਾਲ ਦੇ ਵਿੱਚ ਵੀ ਕਈ ਸਵਾਲ ਹਰਜੋਤ ਜੀ ਲੁਕੇ ਹੋਏ ਨੇ ਔਰ ਹਰ ਆਮ ਵਿਅਕਤੀ ਦੇ, ਭਾਵੇਂ ਉਹ ਅਕਾਲੀ ਦਲ ਨਾਲ ਜੁੜਿਆ ਹੈ, ਭਾਵੇਂ ਬੀਜੇਪੀ ਦਾ ਕੋਈ ਵਲੰਟੀਅਰ ਹੈ, ਵਰਕਰ ਹੈ, ਅਹੁਦੇਦਾਰ ਹੈ, ਉਹਦੇ ਮਨ ਦੇ ਵਿੱਚ ਵੀ ਇਹ ਸਵਾਲ ਹੈ ਵੀ ਕੀ ਅਕਾਲੀ ਭਾਜਪਾ ਗੱਠਜੋੜ ਹੋ ਸਕਦਾ ਹੈ, ਹੋਏਗਾ। ਇਹ ਸਵਾਲ ਕਿਉਂ ਆਇਆ? ਪ੍ਰਕਾਸ਼ ਸਿੰਘ ਬਾਦਲ ਦੁਨੀਆ ਤੋਂ ਗਏ, ਜਿਸ ਤਰ੍ਹਾਂ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਤਿਕਾਰ ਦਿੱਤਾ, ਜਿਸ ਤਰ੍ਹਾਂ ਨਾਲ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੂੰ ਸਨਮਾਨ ਦੇਣ ਆਈ, ਸ਼ਰਧਾਂਜਲੀ ਪ੍ਰਧਾਨ ਮੰਤਰੀ ਨੇ ਦਿੱਤੀ, ਜੇਪੀ ਨੱਡਾ ਕੌਮੀ ਪ੍ਰਧਾਨ ਆਏ, ਅਮਿਤ ਸ਼ਾਹ ਉਹਨਾਂ ਨੇ ਟੈਲੀਫੋਨ ਤੇ ਗੱਲ ਕੀਤੀ ਸੀ ਜਦੋਂ ਪ੍ਰਕਾਸ਼ ਸਿੰਘ ਬਾਦਲ ICU ਦੇ ਵਿੱਚ ਸੀ, ਰਾਜਨਾਥ ਸਿੰਘ ਹੋਰਾਂ ਨੇ ਗੱਲ ਕੀਤੀ ਸੀ। ਔਰ ਜਦੋਂ ਅੰਤਿਮ ਸੰਸਕਾਰ ਸੀ, ਬੀਜੇਪੀ ਦੇ ਕਈ ਵੱਡੇ ਲੀਡਰ, ਪੰਜਾਬ ਪ੍ਰਧਾਨ, ਮੰਤਰੀ, ਕੌਮੀ ਪ੍ਰਧਾਨ ਪਹੁੰਚੇ। ਇਹਨਾਂ ਸਾਰੀਆਂ ਸਥਿਤੀਆਂ ਦੇ ਵਿੱਚ ਜਿਸ ਤਰ੍ਹਾਂ ਦਾ ਮਾਹੌਲ ਪੋਲੀਟੀਕਲ ਤੌਰ ਤੇ ਦਿਖ ਰਿਹਾ, ਅਖਬਾਰਾਂ 'ਚ ਪ੍ਰਧਾਨ ਮੰਤਰੀ ਸਾਹਿਬ ਦੇ ਲੇਖ, ਸ਼੍ਰੀ ਅਟਲ ਬਿਹਾਰੀ ਵਾਜਪਾਈ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਐਡਾ ਖੁੱਲ੍ਹ ਕੇ ਕਿਸੇ ਨੂੰ ਪਿਤਾ ਸਮਾਨ ਹੋਣ ਦੀ ਤੁਲਨਾ ਦੇਣਾ, ਉਹਨਾਂ ਨੇ ਕਿਹਾ ਸੀ ਕਿ ਮੈਨੂੰ ਇੰਜ ਲੱਗਿਆ ਜਿਵੇਂ ਕੋਈ ਪਿਤਾ ਸਮਾਨ ਸ਼ਖਸੀਅਤ ਚਲੀ ਗਈ ਹੈ। ਹੁਣ ਐਡੀਆਂ ਵੱਡੀਆਂ ਗੱਲਾਂ ਸਨਮਾਨ ਦੀਆਂ ਪ੍ਰਧਾਨ ਮੰਤਰੀ ਵੱਲੋਂ ਕਰਨੀਆਂ, ਤੇ ਫਿਰ ਅਕਾਲੀ ਬੀਜੇਪੀ ਦੇ ਲੀਡਰ ਬੜੇ ਦੁਚਿੱਤੀ 'ਚ ਸੀ ਵੀ ਕੀ ਇਸ ਸਮਝੌਤੇ ਵਾਲੀ ਸਥਿਤੀ ਤਾਂ ਨਹੀਂ ਬਣੀ। ਪਰ ਜਦੋਂ ਲੀਡਰਾਂ ਨੇ ਥੋੜ੍ਹੀ ਜਿਹੀ ਗੱਲ ਕਰਨੀ ਸ਼ੁਰੂ ਕੀਤੀ ਅਕਾਲੀ ਦਲ ਦੇ ਬੀਜੇਪੀ ਦੇ, ਤੇ ਵੱਡੀ ਲੀਡਰਸ਼ਿਪ ਆ ਗਈ। ਪੰਜਾਬ ਦੇ ਪ੍ਰਧਾਨ ਨੇ ਅਸ਼ਵਨੀ ਸ਼ਰਮਾ, ਉਹਨਾਂ ਨੇ ਨਕਾਰ ਹੀ ਦਿੱਤਾ, ਕਹਿੰਦੇ ਕੋਈ ਸਮਝੌਤੇ ਵਾਲੀ ਗੱਲ ਨਹੀਂ ਹੈ, ਕੋਈ ਗੱਠਜੋੜ ਨਹੀਂ ਹੋਏਗਾ। ਫਿਰ ਜਿਹੜੇ ਹਰਦੀਪ ਪੁਰੀ ਨੇ, ਉਹ ਜਲੰਧਰ 'ਚ ਚੋਣ ਪ੍ਰਚਾਰ ਕਰਨ ਆਏ ਸੀ 2 ਦਿਨ ਪਹਿਲਾਂ, ਪੱਤਰਕਾਰਾਂ ਨੇ ਉਹਨਾਂ ਨੂੰ ਵੀ ਸਵਾਲ ਪੁੱਛਿਆ। ਉਹ ਕਹਿੰਦੇ ਭਾਰਤੀ ਜਨਤਾ ਪਾਰਟੀ ਆਪਣੇ ਦਮ ਤੇ 2024 ਤੇ 27 ਲੜੇਗੀ। ਹੁਣ ਇਹ ਸਵਾਲ ਤੁਹਾਡਾ ਵੀ ਹਰਜੋਤ ਜੀ ਬਹੁਤ ਅਹਿਮੀਅਤ ਵਾਲਾ ਹੈ। ਭਾਵੇਂ ਬੀਜੇਪੀ ਦੇ ਲੀਡਰ ਕਹਿ ਰਹੇ ਨੇ ਕਿ ਗੱਠਜੋੜ ਨਹੀਂ ਹੋਏਗਾ, ਪਰ ਜੇ ਗੱਠਜੋੜ ਹੋਏਗਾ ਤੇ ਉਹ ਕਰੇਗਾ ਕੌਣ, ਇਹ ਸਭ ਤੋਂ ਵੱਡਾ ਸਵਾਲ ਹੈ। ਹੁਣ ਜਿਹੜਾ ਤੁਹਾਡਾ ਸਵਾਲ ਨਾਲ ਖੜਾ ਹੋਇਆ, ਕੀ ਗੱਠਜੋੜ ਹੋ ਸਕਦਾ ਹੈ, ਕਦੋਂ ਹੋ ਸਕਦਾ ਹੈ? ਬਿਲਕੁਲ ਗੱਠਜੋੜ ਹੋ ਸਕਦਾ ਹੈ। ਕਦੋਂ ਹੋ ਸਕਦਾ ਮੈਂ ਉਹਦੇ ਤੇ ਵੀ ਆਊਂਗਾ, ਪਰ ਪਹਿਲਾਂ ਕੁਝ ਸਵਾਲ ਨੇ ਜਿਹੜੇ ਬੁੱਧੀਜੀਵੀਆਂ ਦੇ, ਆਮ ਨਾਗਰਿਕਾਂ ਦੇ, ਵਲੰਟੀਅਰਸ ਦੇ ਦਿਮਾਗ ਦੇ ਵਿੱਚ ਨੇ ਔਰ ਉਹ ਬੜੇ ਅਹਿਮ ਸਵਾਲ ਨੇ। ਮੈਂ ਉਹ ਸਵਾਲ ਲਗਾਤਾਰ ਜ਼ਰੂਰ ਚਾਹੂੰਗਾ ਕਿ ਅਸੀਂ ਇੱਕ ਵਾਰੀ ਸਾਂਝੇ ਕਰੀਏ। ਹੁਣ ਸਾਨੂੰ ਇਹ ਸਮਝਣਾ ਪਏਗਾ ਹਰਜੋਤ ਜੀ ਵੀ ਕੀ ਦੋਹਾਂ ਧਿਰਾਂ ਨੂੰ ਗੱਠਜੋੜ ਦੀ ਲੋੜ ਹੈ? ਇੱਕ ਤਾਂ ਇਹ ਸਵਾਲ ਹੈ। ਫਿਰ ਕੀ ਬਿਨਾਂ ਗੱਠਜੋੜ ਦੋਹਾਂ ਦਾ ਗੁਜ਼ਾਰਾ ਹੈ? ਬਿਨਾਂ ਗੱਠਜੋੜ ਦੇ ਅਕਾਲੀ ਦਲ ਦਾ ਗੁਜ਼ਾਰਾ ਹੈ? ਬਿਨਾਂ ਗੱਠਜੋੜ ਦੇ ਭਾਜਪਾ ਦਾ ਗੁਜ਼ਾਰਾ ਹੈ? ਹੁਣ ਕੀ ਬਿਨਾਂ ਗੱਠਜੋੜ
ਅਸੀਂ ਇਤਿਹਾਸ ਦੇਖੀਏ ਕਿ ਬਿਨਾਂ ਗੱਠਜੋੜ ਦੇ ਭਾਰਤੀ ਜਨਤਾ ਪਾਰਟੀ ਕੇਂਦਰੀ ਸੱਤਾ ਤੇ ਪਹੁੰਚ ਸਕਦੀ ਸੀ। ਹੁਣ ਵੀ ਨੈਸ਼ਨਲ ਡੈਮੋਕ੍ਰੈਟਿਕ ਅਲਾਇੰਸ ਹੈ, ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੀ ਹੈ, ਭਾਵੇਂ ਪਾਰਟੀਆਂ ਬਹੁਤ ਘੱਟ ਗਈਆਂ। ਕੀ ਬਿਨਾਂ ਗੱਠਜੋੜ ਦੇ ਬੀਜੇਪੀ ਕੇਂਦਰੀ ਸੱਤਾ 'ਚ ਪਹੁੰਚ ਸਕਦੀ ਸੀ? ਇਹ ਸਵਾਲ ਬਹੁਤ ਵੱਡਾ ਹੈ। ਕਿ ਮਹਾਰਾਸ਼ਟਰ ਵਰਗੇ ਸੂਬੇ 'ਚ ਜਿੱਥੇ ਸ਼ਿਵ ਸੈਨਾ ਨਾਲ ਗੱਠਜੋੜ ਸੀ, ਉਸ ਗੱਠਜੋੜ ਦੇ ਬਿਨਾਂ ਭਾਰਤੀ ਜਨਤਾ ਪਾਰਟੀ ਐਡੀ ਤਕੜੀ ਹੋ ਸਕਦੀ ਸੀ? ਬਿਹਾਰ 'ਚ ਬਿਨਾਂ ਗੱਠਜੋੜ ਦੇ ਬੀਜੇਪੀ ਅੱਗੇ ਵੱਧ ਸਕਦੀ ਸੀ? ਯੂਪੀ 'ਚ ਬਿਨਾਂ ਗੱਠਜੋੜ ਦੇ ਬੀਜੇਪੀ ਇੰਨੀ ਅੱਗੇ ਵੱਧ ਸਕਦੀ ਸੀ? ਇਹ ਬਹੁਤ ਸਾਰੇ ਸਵਾਲ ਨੇ ਜਿਨ੍ਹਾਂ ਦੇ ਉੱਤੇ ਲਗਾਤਾਰ ਸਾਨੂੰ ਕੱਪੜ ਛਾਣ ਕਰਨਾ ਪੈਣਾ ਹੈ। ਹੁਣ ਬੀਜੇਪੀ ਦੇ ਕਈ ਖੇਤਰੀ ਪਾਰਟੀਆਂ ਦੇ ਨਾਲ ਗੱਠਜੋੜ ਰਹੇ ਨੇ, ਪਰ ਅੱਜ ਸਥਿਤੀਆਂ ਭਾਵੇਂ ਕੌਮੀ ਪੱਧਰ ਦੇ ਉੱਤੇ ਵੱਖਰੀਆਂ ਦਿਖ ਰਹੀਆਂ ਨੇ ਜਦੋਂ ਗੱਲ ਅਕਾਲੀ ਭਾਜਪਾ ਗੱਠਜੋੜ ਦੀ ਆਉਂਦੀ ਹੈ। ਪਰ ਮੈਨੂੰ ਇਹ ਲੱਗਦਾ, ਹੁਣ ਜਿਹੜੇ ਤੁਹਾਡੇ ਮੂਲ ਸਵਾਲ ਸੀ ਮੈਂ ਉਹਨਾਂ ਵੱਲ ਮੁੜਦਾ, ਮੈਨੂੰ ਲੱਗਦਾ ਕਿ ਇਹ ਗੱਠਜੋੜ ਹੋਏਗਾ ਇਸ ਗੱਲ ਤੇ ਨਿਰਭਰ ਕਰੇਗਾ ਕਿ 2024 ਤੋਂ ਘੱਟੋ ਘੱਟ 4 ਮਹੀਨੇ 5 ਮਹੀਨੇ ਪਹਿਲਾਂ ਦੇਸ਼ 'ਚ ਭਾਰਤੀ ਜਨਤਾ ਪਾਰਟੀ ਦੀ ਕੀ ਸਥਿਤੀ ਬਣਦੀ ਹੈ। ਦੇਖੋ, ਜਿਹੜਾ ਸਤਿਕਾਰ ਦਿੱਤਾ ਨਰਿੰਦਰ ਮੋਦੀ ਉਹਨਾਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ, ਉਹ ਇੱਕ ਮੁੱਖ ਮੰਤਰੀ ਵੀ ਸੀ, ਉਹ ਨਰਿੰਦਰ ਮੋਦੀ ਉਹਨਾਂ ਨੂੰ ਨਿੱਜੀ ਤੌਰ ਦੇ ਉੱਤੇ ਰਾਜਨੀਤੀ ਦੇ ਵਿੱਚ ਹਮੇਸ਼ਾ ਜੁੜੇ ਰਹੇ ਨੇ, ਪ੍ਰਧਾਨ ਮੰਤਰੀ ਵੀ ਪ੍ਰਕਾਸ਼ ਸਿੰਘ ਬਾਦਲ ਵੀ ਉਹਨਾਂ ਦੇ ਨਾਲ। ਹੁਣ ਸਵਾਲ ਇਹ ਹੈ ਕਿ ਜਦੋਂ 2024 ਦੀਆਂ ਚੋਣਾਂ ਹੋਣੀਆਂ ਨੇ, ਉਸ ਤੋਂ 4 ਮਹੀਨੇ ਪਹਿਲਾਂ ਕੀ ਸਥਿਤੀ ਹੋਣੀ ਹੈ, ਫਿਰ ਅਸੀਂ ਉਹ ਤੋਂ ਹੋਰ ਪਹਿਲਾਂ ਆ ਜਾਈਏ। ਹੁਣ ਕਰਨਾਟਕਾ ਦੀਆਂ ਚੋਣਾਂ ਨੇ, ਕੱਲ੍ਹ ਮੈਂ ਕਰਨਾਟਕਾ ਦੇ ਸਰਵੇਖਣ ਦੇਖ ਰਿਹਾ ਸੀ, ਚੋਣਾਂ ਤੋਂ ਪਹਿਲਾਂ ਹੁੰਦੇ ਜਿਹੜੇ, ਉਹ ਬੜੇ ਫਸਵੇਂ ਸਰਵੇਖਣ ਨੇ। ਹੁਣ ਜਲੰਧਰ ਦੀ ਸੀਟ ਲੈ ਲਓ, ਪੰਜਾਬ ਵਾਲੀ, ਬੜੀ ਕੰਡੇ ਦੀ ਟੱਕਰ ਹੈ। ਜੇ ਤਾਂ ਕਰਨਾਟਕਾ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਉਸੇ ਤਰ੍ਹਾਂ ਜਿੱਤ ਮਿਲਦੀ ਹੈ ਜਿਸ ਤਰ੍ਹਾਂ ਦੀ ਗੁਜਰਾਤ 'ਚ ਸੀ, ਫਿਰ ਤਾਂ ਗੱਲ ਸਮਝ ਆਉਂਦੀ ਹੈ। ਅਗਰ ਕਰਨਾਟਕਾ ਫਸਵੀਂ ਸਥਿਤੀ ਬਣਾ ਦਿੰਦਾ ਹੈ ਭਾਜਪਾ ਲਈ, ਰਾਜਸਥਾਨ ਦੀਆਂ ਚੋਣਾਂ ਵੀ ਨੇ ਬਹੁਤ ਛੇਤੀ, ਕਈ ਸੂਬਿਆਂ ਦੀਆਂ ਚੋਣਾਂ ਨੇ ਲੋਕ ਸਭਾ ਚੋਣਾਂ ਤੋਂ ਪਹਿਲਾਂ। ਹੁਣ ਲੋਕ ਸਭਾ ਚੋਣਾਂ ਤੋਂ ਪਹਿਲਾਂ ਇਹਨਾਂ ਸੂਬਿਆਂ ਦੀਆਂ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਥਿਤੀ ਕੀ ਰਹਿੰਦੀ ਹੈ? ਦੂਸਰਾ, ਦੇਸ਼ 'ਚ ਲਗਾਤਾਰ ਕੋਸ਼ਿਸ਼ ਹੋ ਰਹੀ ਹੈ ਕਿ ਨਰਿੰਦਰ ਮੋਦੀ ਨੂੰ ਹਰਾਉਣ ਦੇ ਲਈ ਇੱਕ ਵੱਖਰੀ ਪਾਰਟੀ ਬਣਾਈ, ਇੱਕ ਵੱਖਰਾ ਫਰੰਟ ਬਣਾਇਆ ਜਾਵੇ ਜਾਂ ਬਦਲ ਬਣਾਇਆ ਜਾਵੇ। ਕਈ ਵਾਰ ਕੋਸ਼ਿਸ਼ਾਂ ਹੋਈਆਂ, ਨਿਤਿਸ਼ ਕੁਮਾਰ ਪਿੱਛੇ ਜੇ ਆਪਾਂ ਦੇਖਿਆ, ਨਾਲੇ ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਨਾਲ ਸੀ, ਅਰਵਿੰਦ ਕੇਜਰੀਵਾਲ ਨੂੰ ਮਿਲ ਕੇ ਗਏ। ਮੈਂ ਤਸਵੀਰ ਵੀ ਦੇਖੀ ਸੀ, ਲਾਲੂ ਪ੍ਰਸਾਦ ਯਾਦਵ ਦਾ ਮੁੰਡਾ ਅਰਵਿੰਦ ਕੇਜਰੀਵਾਲ ਨੂੰ ਫੁੱਲਾਂ ਦਾ ਗੁਲਦਸਤਾ ਦੇ ਰਹੇ ਸੀ, ਦੋਵੇਂ ਇੱਕ ਦੂਜੇ ਨੂੰ ਦੇ ਰਹੇ ਹੋਣੇ। ਤਸਵੀਰ ਇਹ ਸੀ, ਹੱਥ 'ਚ ਫੁੱਲਾਂ ਦਾ ਗੁਲਦਸਤਾ ਸੀ। ਨਿਤਿਸ਼ ਕੁਮਾਰ ਵੀ ਗਏ, ਰਾਹੁਲ ਗਾਂਧੀ ਨੂੰ ਵੀ ਮਿਲੇ, ਲਾਲੂ ਦਾ ਮੁੰਡਾ ਉਹਨਾਂ ਨੂੰ ਵੀ ਮਿਲਿਆ, ਤੇਜਸਵੀ ਯਾਦਵ। ਹੁਣ ਸਵਾਲ ਇਹ ਹੈ ਕਿ ਮਮਤਾ ਬਨਰਜੀ ਹੈ, ਸ਼ਰਦ ਪਵਾਰ ਹੈ, ਹੋਰ ਬਹੁਤ ਸਾਰੇ ਲੀਡਰ ਨੇ ਜਿਹੜੇ ਸਮੇਂ-ਸਮੇਂ 'ਤੇ ਚਾਹੁੰਦੇ ਨੇ ਕਿ ਇੱਕ ਤੀਜਾ ਫਰੰਟ ਬਣੇ। ਫਿਰ ਪ੍ਰਕਾਸ਼ ਸਿੰਘ ਬਾਦਲ ਅਗਰ ਬੀਜੇਪੀ ਦੇ ਨਾਲ ਨਹੀਂ, ਕੋਈ ਤੀਜਾ ਫਰੰਟ ਵੱਡਾ ਬਣਦਾ ਹੈ ਤੇ ਅਕਾਲੀ ਦਲ ਉਸ ਪਾਸੇ ਵੀ ਸੋਚ ਸਕਦਾ ਹੈ। ਅਖਿਲੇਸ਼ ਯਾਦਵ ਦੇ ਨਾਲ, ਜਿਹੜੇ ਯੂਪੀ ਦੇ ਸਾਬਕਾ ਮੁੱਖ ਮੰਤਰੀ ਆ, ਉਹਨਾਂ ਦੇ ਨਾਲ ਚੰਗਾ ਤਾਲਮੇਲ ਹੈ ਸੁਖਬੀਰ ਬਾਦਲ ਦਾ। ਕੱਲ੍ਹ ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਨੂੰ ਸ਼ਰਧਾਂਜਲੀ ਦੇਣ ਵੀ ਉਹਨਾਂ ਦੇ ਘਰ ਉਚੇਚੇ ਤੌਰ ਤੇ ਗਏ ਮੁਲਾਇਮ ਸਿੰਘ ਯਾਦਵ, ਉਹਨਾਂ ਦੇ ਪੁੱਤਰ, ਮਾਫ ਕਰਨਾ, ਮੁਲਾਇਮ ਸਿੰਘ ਯਾਦਵ ਤਾਂ ਦੁਨੀਆ ਤੋਂ ਚਲੇ ਗਏ, ਉਹਨਾਂ ਦੇ ਪੁੱਤਰ ਅਖਿਲੇਸ਼ ਯਾਦਵ ਗਏ। ਹੁਣ ਇਹ ਉਹ ਸਾਰੇ ਪੁਆਇੰਟ ਨੇ, ਅਹਿਮ ਪੁਆਇੰਟ ਨੇ। ਅਗਰ ਤਾਂ 2024 ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਨੂੰ ਲੱਗਿਆ ਕਿ ਸਾਨੂੰ ਚੈਲੰਜ ਨਹੀਂ ਹੈ, ਅਸੀਂ ਆਸਾਨੀ ਦੇ ਨਾਲ 2024 'ਚ ਆਪਣੀ ਸਰਕਾਰ ਬਣਾਵਾਂਗੇ, ਇੱਕ ਤਾਂ ਪੁਆਇੰਟ ਹੈ। ਅਗਰ ਕਰਨਾਟਕਾ 'ਚ, ਰਾਜਸਥਾਨ 'ਚ ਜਾਂ ਹੋਰ ਸੂਬਿਆਂ 'ਚ ਬੀਜੇਪੀ ਨੂੰ ਝਟਕੇ ਲੱਗੇ, ਫਿਰ ਬੀਜੇਪੀ ਸੋਚੂਗੀ ਕਿ ਅਸੀਂ 24 ਤੋਂ ਪਹਿਲਾਂ ਉਹ ਪਾਰਟੀਆਂ ਜਿਹੜੀਆਂ ਸਾਡੇ ਤੋਂ ਵੱਖ ਹੋਈਆਂ ਨੇ, ਕਿਸੇ ਨਾ ਕਿਸੇ ਤਰੀਕੇ ਅਸੀਂ ਆਪਣੇ ਗੱਠਜੋੜ 'ਚ ਲਈਏ, ਬੁੱਕਲੀ 'ਚ ਲਈਏ। ਫਿਰ ਸੋਚ ਸਕਦੀ ਹੈ ਬੀਜੇਪੀ ਦੂਜੀਆਂ ਪਾਰਟੀਆਂ ਨਾਲ ਗੱਠਜੋੜ ਵਧਾਉਣ ਦੇ ਮਾਮਲੇ 'ਤੇ। ਫਿਰ ਕਿਉਂਕਿ ਪੰਜਾਬ ਦੀਆਂ 13 ਸੀਟਾਂ ਬੜੀਆਂ ਅਹਿਮ ਨੇ, ਔਰ ਪੰਜਾਬ ਦੀਆਂ ਸੀਟਾਂ ਦਾ ਅਸਰ ਹਿਮਾਚਲ ਦੀਆਂ 4 ਸੀਟਾਂ 'ਤੇ ਵੀ ਹੈ, ਪੰਜਾਬ ਦੀਆਂ ਸੀਟਾਂ ਦਾ ਅਸਰ ਹਰਿਆਣੇ 'ਤੇ ਵੀ ਹੈ, ਕਿਉਂਕਿ ਤਬੀਅਤ ਲਗਭਗ ਇੱਕੋ ਜਿਹੀ ਹੈ, ਹਰਿਆਣੇ ਦੀ, ਹਿਮਾਚਲ ਦੀ, ਪੰਜਾਬ ਦੀ ਅਤੇ ਦਿੱਲੀ ਦੀ, ਰਾਜਸਥਾਨ ਦੀ ਵੀ ਕਾਫੀ ਹੱਦ ਤੱਕ। ਹੁਣ ਸਥਿਤੀਆਂ ਇੱਥੇ ਆ ਕੇ ਖੜੀਆਂ ਹੁੰਦੀਆਂ ਨੇ। ਦਿੱਲੀ 'ਚ ਤਾਂ 7 ਸੀਟਾਂ ਬੀਜੇਪੀ ਜਿੱਤ ਜਾਂਦੀ ਹੈ, ਪਰ ਹੁਣ ਅਰਵਿੰਦ ਕੇਜਰੀਵਾਲ ਦੇ ਨਾਲ ਬਹੁਤ ਜ਼ਿਆਦਾ ਸਿਆਸੀ ਪੰਗਾ ਬੀਜੇਪੀ ਦਾ ਵਧਿਆ ਹੋਇਆ ਹੈ।
ਹਿਮਾਚਲ ਕਾਂਗਰਸ ਨੇ ਜਿੱਤ ਲਿਆ, ਪੰਜਾਬ ਆਮ ਆਦਮੀ ਪਾਰਟੀ ਕੋਲੇ ਹੈ। ਸਾਨੂੰ ਪਤਾ ਹੈ ਹਰਿਆਣੇ ਦੀਆਂ ਸੀਟਾਂ ਲਗਭਗ, ਜੇ ਗੱਲ ਕਰੀਏ ਦਿੱਲੀ, ਹਰਿਆਣਾ, ਹਿਮਾਚਲ, ਪੰਜਾਬ ਦੀਆਂ 13 ਤੇ 4 17, ਲਗਭਗ 30 35 40 ਸੀਟਾਂ ਤੇ ਅਸਰ ਸਿੱਧੇ ਤੌਰ ਤੇ ਜਾਂਦਾ ਹੈ ਅਗਰ ਬੀਜੇਪੀ 2024 ਦੇ ਵਿੱਚ ਕਿਸੇ ਮਜ਼ਬੂਤ ਗੱਠਜੋੜ ਦੇ ਮੁਕਾਬਲੇ 'ਚ ਉਤਰਦੀ ਹੈ। ਅਜਿਹੇ ਹਾਲਾਤਾਂ ਦੇ ਵਿੱਚ ਬੀਜੇਪੀ ਨੂੰ ਇਹ ਲੋੜ ਮਹਿਸੂਸ ਹੋ ਸਕਦੀ ਹੈ ਕਿ ਅਸੀਂ ਉੱਤਰ ਭਾਰਤ ਦੇ ਵਿੱਚ ਅਕਾਲੀ ਦਲ ਦੇ ਨਾਲ ਜੁੜੀਏ, ਅਕਾਲੀ ਦਲ ਦੇ ਨਾਲ ਸਮਝੌਤੇ ਦੇ ਨਾਲ ਸਿੱਧੇ ਤੌਰ ਤੇ ਦਿੱਲੀ, ਹਿਮਾਚਲ, ਹਰਿਆਣਾ ਇਹਨਾਂ ਥਾਵਾਂ ਤੇ ਬੀਜੇਪੀ ਨੂੰ ਕਿਸੇ ਨਾ ਕਿਸੇ ਰੂਪ 'ਚ ਫਾਇਦਾ ਹੋ ਸਕਦਾ। ਦੇਖੋ ਹਿਮਾਚਲ 'ਚ ਕਈ ਚੋਣਾਂ ਬੀਜੇਪੀ ਬਹੁਤ ਘੱਟ ਸੈਂਕੜਿਆਂ ਦੇ ਫਰਕ ਨਾਲ ਹਾਰੀ ਹੈ, ਜਿਵੇਂ ਪੰਜਾਬ 'ਚ ਵੀ ਹੋਇਆ ਸੀ। ਸੋ ਅਗਰ ਗੱਠਜੋੜ ਹੁੰਦਾ ਹੈ ਤੇ ਜਿਹੜੀ ਤੁਹਾਡੀ 200 400 500 ਤੇ ਹਾਰ ਹੁੰਦੀ ਹੈ ਉਹਦੇ ਤੋਂ ਤੁਸੀਂ ਬਚ ਸਕਦੇ ਹੋ, ਉਸ ਹਾਰ ਤੋਂ। ਸੋ ਇਸ ਕਰਕੇ ਬੀਜੇਪੀ 2024 ਤੋਂ ਪਹਿਲਾਂ ਕਿਸ ਸਥਿਤੀ 'ਚ ਖੜੀ ਹੈ ਹਰਜੋਤ ਜੀ, ਉਸ ਗੱਲ ਨੇ ਤੈਅ ਕਰਨਾ ਹੈ ਕਿ ਕੀ ਬੀਜੇਪੀ ਅਕਾਲੀ ਦਲ ਨਾਲ ਸਮਝੌਤਾ ਕਰੇਗੀ। ਉਂਝ ਬੀਜੇਪੀ ਨੇ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੂੰ ਸਤਿਕਾਰ ਦਿੱਤਾ ਹੈ ਉਹਦੇ ਪਿੱਛੇ ਇੱਕ ਵੱਡੀ ਰਣਨੀਤੀ ਹੈ। ਉਹ ਸਤਿਕਾਰ ਤਾਂ ਹੈਗਾ, ਪ੍ਰਕਾਸ਼ ਸਿੰਘ ਬਾਦਲ ਉਹਨਾਂ ਦੇ ਹਮੇਸ਼ਾ ਨਾਲ ਖੜੇ ਨੇ, ਵੱਡੇ ਕੱਦ ਦੇ ਲੀਡਰ ਨੇ ਪ੍ਰਕਾਸ਼ ਸਿੰਘ ਬਾਦਲ, ਵਾਜਪਾਈ ਸਾਹਿਬ ਦੀ ਸਰਕਾਰ ਬਣਾਉਣ 'ਚ ਭੂਮਿਕਾ ਅਦਾ ਕੀਤੀ। ਚਰਨਜੀਤ ਸਿੰਘ ਅਟਵਾਲ ਡਿਪਟੀ ਸਪੀਕਰ ਬਣਾਏ ਸੀ ਦੇਸ਼ ਦੀ ਲੋਕ ਸਭਾ ਦੇ ਵਿੱਚ, ਉਹ ਪ੍ਰਕਾਸ਼ ਸਿੰਘ ਬਾਦਲ ਦਾ ਦਖਲ ਹੀ ਸੀ ਭਾਜਪਾ ਦੇ ਨਾਲ। ਰਾਜਨਾਥ ਸਿੰਘ ਵਰਗੇ ਲੀਡਰਾਂ ਨਾਲ ਦੋਸਤੀ, ਅਮਿਤ ਸ਼ਾਹ, ਲਾਲ ਕ੍ਰਿਸ਼ਨ ਅਡਵਾਨੀ, ਅਟਲ ਬਿਹਾਰੀ ਵਾਜਪਾਈ। ਸੋ ਪ੍ਰਕਾਸ਼ ਸਿੰਘ ਬਾਦਲ ਦਾ ਦੇਸ਼ ਦੀ ਸਿਆਸਤ 'ਚ ਕੱਦ ਵੱਡਾ ਸੀ। ਇੰਦਰ ਕੁਮਾਰ ਗੁਜਰਾਲ ਦੇ ਨਾਲ ਕਿੱਡੀ ਨੇੜਤਾ, ਔਰ ਪੰਜਾਬ ਦੇ ਲਈ ਉਦੋਂ ਕਈ ਚੰਗੇ ਫੈਸਲੇ ਕਰਾਉਣੇ। ਸੋ ਇਸ ਕਰਕੇ ਉਹ ਸਤਿਕਾਰ ਜਿਹੜਾ ਦਿੱਤਾ ਗਿਆ ਉਹ ਪ੍ਰਕਾਸ਼ ਸਿੰਘ ਬਾਦਲ ਦਾ ਕੱਦ ਵੀ ਸੀ, ਔਰ ਬੀਜੇਪੀ ਦੇ ਨਾਲ ਉਹਨਾਂ ਦੀ ਇੱਕ ਨੇੜਤਾ ਵੀ ਸੀ, ਪੋਲੀਟੀਕਲ ਨੇੜਤਾ ਵੀ ਸੀ। ਇਹ ਗੱਲ ਵੱਖਰੀ ਹੈ ਕਿ ਉਸ ਤਰ੍ਹਾਂ ਦੇ ਰਿਸ਼ਤੇ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਦੇ ਨਾਲ ਨਹੀਂ ਬਣ ਸਕੇ ਸੀ, ਪਰ ਪ੍ਰਕਾਸ਼ ਸਿੰਘ ਬਾਦਲ ਦੀ ਦੁਨੀਆ ਤੋਂ ਵਿਦਾਈ, ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਦੀ ਨਰਿੰਦਰ ਮੋਦੀ ਦੇ ਨਾਲ ਨੇੜਤਾ ਦੁਬਾਰਾ ਬਹਾਲ ਜਾਂ ਵੱਡੀ ਵੀ ਕਰ ਸਕਦੇ ਨੇ। ਹਾਲਾਤ ਬਹੁਤ ਕੁਝ ਬਦਲ ਦਿੰਦੇ ਨੇ। ਔਰ ਪ੍ਰਕਾਸ਼ ਸਿੰਘ ਬਾਦਲ ਜਿਸ ਤਰ੍ਹਾਂ ਨਾਲ ਉਹਨਾਂ ਨੇ ਪੋਲਿਟਿਕਸ ਕੀਤੀ ਧਰਮ ਤੋਂ ਉੱਪਰ ਉੱਠ ਕੇ, ਪ੍ਰਕਾਸ਼ ਸਿੰਘ ਬਾਦਲ ਨੂੰ ਪੰਜਾਬ ਦੇ ਵਿੱਚ ਸਾਰੇ ਧਰਮਾਂ ਦੇ ਵਿੱਚ ਹੀ ਸਤਿਕਾਰ ਤੇ ਇੱਜ਼ਤ ਮਿਲਦਾ ਰਿਹਾ, ਔਰ ਉਹਨਾਂ ਨੇ ਸਾਰੇ ਧਰਮਾਂ ਦੇ ਲੋਕਾਂ ਨੂੰ ਬਰਾਬਰ ਤਵੱਜੋ ਦਿੱਤੀ ਬਤੌਰ ਮੁੱਖ ਮੰਤਰੀ ਵੀ, ਭਾਵੇਂ ਕਿਸੇ ਵੀ ਰੂਪ 'ਚ ਅਸੀਂ ਦੇਖੀਏ। ਔਰ ਨਰਿੰਦਰ ਮੋਦੀ ਵੀ ਲਗਭਗ ਉਸੇ ਸ਼ੈਲੀ ਦੇ ਲੀਡਰ ਨੇ। ਮੈਂ ਦੇਖਦਾ ਜਦੋਂ ਪੰਜਾਬ 'ਚ ਆਉਂਦੇ ਨੇ ਨਰਿੰਦਰ ਮੋਦੀ ਅਕਸਰ, ਜਾਂ ਉਹਨਾਂ ਨੇ ਦਿੱਲੀ 'ਚ ਵੀ ਪ੍ਰੋਗਰਾਮ ਰੱਖੇ ਨੇ, ਤੇ ਨਰਿੰਦਰ ਮੋਦੀ ਦੇ ਸਿਰ ਤੇ ਪੱਗ ਹੁੰਦੀ ਹੈ। ਜਲੰਧਰ ਜ਼ਿਮਨੀ ਚੋਣ 'ਚ ਵੀ ਜਿਹੜੀ ਚੋਣ ਪ੍ਰਚਾਰ ਦੀ ਸਮੱਗਰੀ ਹੈ ਉਹਦੇ 'ਚ ਕਈ ਥਾਂ ਨਰਿੰਦਰ ਮੋਦੀ ਦੇ ਸਿਰ ਤੇ ਪੱਗ ਵਿਖਾਈ ਗਈ ਹੈ। ਔਰ ਨਰਿੰਦਰ ਮੋਦੀ ਸਿੱਖ ਮਸਲਿਆਂ ਨੂੰ ਹੱਲ ਵੀ ਕਰਨਾ ਚਾਹੁੰਦੇ ਨੇ। ਦੇਖੋ ਦੋ ਤਰ੍ਹਾਂ ਦੇ ਮਸਲੇ ਨੇ, ਇੱਕ ਤਾਂ ਹੈਗੇ ਨੇ ਸਿੱਖ ਮਸਲੇ, ਇੱਕ ਹੈਗੇ ਨੇ ਪੰਜਾਬ ਦੇ ਮਸਲੇ। ਹੁਣ ਨਰਿੰਦਰ ਮੋਦੀ ਸਿੱਖ ਮਸਲਿਆਂ ਨੂੰ ਬਤੌਰ ਪ੍ਰਧਾਨ ਮੰਤਰੀ ਹੱਲ ਕਰਨਾ ਚਾਹੁੰਦੇ ਨੇ। ਉਹਨਾਂ ਨੇ ਕਾਲੀ ਸੂਚੀ ਦਾ ਮਸਲਾ ਹੱਲ ਕੀਤਾ, ਉਹਨੂੰ ਇੱਕ ਸਿੱਖ ਮਸਲੇ ਦੇ ਤੌਰ ਤੇ ਦੇਖਿਆ ਜਾਂਦਾ। ਧਾਰਮਿਕ ਮਸਲਿਆਂ 'ਚ ਜਿੱਥੇ ਪ੍ਰਧਾਨ ਮੰਤਰੀ ਦੀ ਹੈਸੀਅਤ ਹੁੰਦੀ ਹੈ, ਹੁਣ ਸ਼੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਸੀ, ਉਹ ਇੱਕ ਵੱਡਾ ਮਸਲਾ ਸੀ, ਧਾਰਮਿਕ ਮਸਲਾ ਸੀ। ਨਵਜੋਤ ਸਿੰਘ ਸਿੱਧੂ ਦੀ ਭੂਮਿਕਾ ਵੀ ਰਹੀ ਉਹਦੇ 'ਚ, ਵੱਡੀ ਰਹੀ। ਇਮਰਾਨ ਖਾਨ ਦੇ ਨਾਲ ਨੇੜਤਾ ਬਣੀ। ਜਦੋਂ ਸਹੁੰ ਚੁੱਕ ਸਮਾਗਮ ਤੇ ਗਏ, ਹਾਲਾਂਕਿ ਸੱਦਿਆ ਗਿਆ ਸੀ ਕਪਿਲ ਦੇਵ ਨੂੰ ਵੀ, ਸੁਨੀਲ ਗਵਾਸਕਰ ਨੂੰ ਵੀ। ਅਗਰ ਸੁਨੀਲ ਗਵਾਸਕਰ ਔਰ ਕਪਿਲ ਦੇਵ ਵੀ ਗਏ ਹੁੰਦੇ ਤੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਸੁਨੇਹਾ ਕੱਲਾ ਨਵਜੋਤ ਸਿੰਘ ਸਿੱਧੂ ਕੋਲੇ ਸ਼ਾਇਦ ਨਾ ਆਉਂਦਾ, ਫਿਰ ਕਪਿਲ ਦੇਵ ਔਰ ਸੁਨੀਲ ਗਵਾਸਕਰ ਵੀ ਇਹ ਸੁਨੇਹਾ ਨਾਲ ਲੈ ਕੇ ਆਉਂਦੇ ਨਵਜੋਤ ਸਿੰਘ ਸਿੱਧੂ ਦੇ। ਪਰ ਜੋ ਰੱਬ ਨੂੰ ਮਨਜ਼ੂਰ ਉਹ ਗਏ ਨਹੀਂ। ਨਵਜੋਤ ਸਿੰਘ ਸਿੱਧੂ ਗਏ ਤੇ ਸੁਨੇਹਾ ਲਿਆਏ, ਪਰ ਗੱਲ ਸੁਨੇਹੇ ਨਾਲ ਨਹੀਂ ਸੀ ਖਤਮ ਹੋਣੀ। ਨਵਜੋਤ ਸਿੰਘ ਸਿੱਧੂ ਦੇ ਵਾਪਸ ਆਉਣ ਤੋਂ ਬਾਅਦ ਜਿਹੜੀ ਗੱਲ ਤੁਰੀ, ਉਹਨੂੰ ਅੰਜਾਮ ਤੱਕ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹੁੰਚਾਇਆ, ਕਿਉਂਕਿ ਉਹ ਚਾਹੁੰਦੇ ਸੀ ਮੈਂ ਮਸਲਾ ਹੱਲ ਕਰਾਂ। ਉਹ ਸਿੱਖ ਮਸਲੇ, ਧਾਰਮਿਕ ਮਸਲੇ ਪ੍ਰਧਾਨ ਮੰਤਰੀ ਦੀ ਹੈਸੀਅਤ ਤੇ ਨਿਪਟਾਉਣਾ ਜਾਣਦੇ ਵੀ ਨੇ। ਉਹਨਾਂ ਨੇ ਸਾਡੇ ਬੜੇ ਸਤਿਕਾਰਯੋਗ, ਸਾਡੇ ਪ੍ਰੇਰਨਾ ਦੇ ਸਰੋਤ ਸਾਹਿਬਜ਼ਾਦੇ, ਉਹਨਾਂ ਦਾ ਬਾਲ ਦਿਵਸ, ਭਾਵੇਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨਾਮ ਤੇ ਇਤਰਾਜ਼ ਹੈ, ਉਹ ਇੱਕ ਅਸੀਂ ਸਿੱਖ ਮਸਲੇ ਦੇ ਤੌਰ ਤੇ ਦੇਖ ਸਕਦੇ ਹਾਂ, ਪਰ ਉਹ ਸਰਕਾਰ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ
ਇੱਕ ਵਿਚਾਰਾਂ ਦਾ ਮਤਭੇਦ ਵੀ ਹੋ ਸਕਦਾ ਹੈ। ਉਹ ਆਉਂਦੇ ਸਮੇਂ 'ਚ ਉਹ ਕਿਸ ਨਤੀਜੇ ਤੇ ਪਹੁੰਚਦੇ ਨੇ, ਮਸਲਾ ਜਾਂ ਮੰਗਾਂ, ਉਹ ਵੱਖਰੀ ਗੱਲ ਹੈ। ਪਰ ਮੈਂ ਗੱਲ ਕਰ ਰਿਹਾ ਕਿ ਇਸ ਕਰਕੇ ਪ੍ਰਧਾਨ ਮੰਤਰੀ ਲਗਾਤਾਰ ਜਿਹੜੇ ਚੰਗੇ ਕੰਮ ਸੀ ਪ੍ਰਕਾਸ਼ ਸਿੰਘ ਬਾਦਲ ਦੇ, ਉਹਨਾਂ ਦੀ ਤਾਰੀਫ ਕਰਦੇ ਰਹੇ ਨੇ। ਔਰ ਮੈਂ ਬੜਾ ਫਰਕ ਦੇਖਿਆ, ਬਹੁਤ ਸਾਰੇ ਸਿੱਖ ਬੁੱਧੀਜੀਵੀ ਜਿਹੜੇ ਬਹੁਤ ਕੱਟੜ ਨਿੰਦਕ ਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ, ਉਹ ਵੀ ਇਹ ਮਹਿਸੂਸ ਕੀਤੇ ਕਿ ਨਹੀਂ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਜਿੰਨਾ ਨਿੰਮ ਕੇ, ਜਿੰਨਾ ਝੁਕ ਕੇ, ਜਿੰਨੀ ਹਲੀਮੀ ਨਾਲ, ਜਿੰਨੇ ਇੱਜ਼ਤ ਔਰ ਸਤਿਕਾਰ ਪ੍ਰਕਾਸ਼ ਸਿੰਘ ਬਾਦਲ ਨੂੰ ਦਿੱਤਾ ਹੈ, ਉਹਦੇ ਨਾਲ ਇਹ ਸੁਨੇਹਾ ਗਿਆ ਕਿ ਸਿੱਖ ਭਾਈਚਾਰੇ ਦੇ ਕਿੱਡਾ ਨੇੜੇ ਨੇ ਨਰਿੰਦਰ ਮੋਦੀ, ਔਰ ਕਿੱਡਾ ਇੱਕ ਆਪਣੇ ਪਰਿਵਾਰ ਦਾ ਕਿੱਡਾ ਹਿੱਸਾ ਮੰਨਦੇ ਨੇ ਬਤੌਰ ਪ੍ਰਧਾਨ ਮੰਤਰੀ। ਇਹ ਗੱਲਾਂ ਕਈ ਬੁੱਧੀਜੀਵੀਆਂ ਦੀਆਂ ਗੱਲਾਂ ਨੇ ਹਰਜੋਤ ਜੀ, ਇਹ ਕੋਈ ਸੁਣੀ ਸੁਣਾਈ ਗੱਲ ਨਹੀਂ। ਮੈਂ ਬਹੁਤ ਲੰਬੀ ਡਿਸਕਸ਼ਨ ਮੇਰੀ ਉਹਨਾਂ ਦੇ ਨਾਲ ਹੋਈ ਇਹਨਾਂ ਮਸਲਿਆਂ ਤੇ। ਹੁਣ ਇਹ ਤਮਾਮ ਉਹ ਪਹਿਲੂ ਨੇ ਜਿਹੜੇ ਸੁਰਖੀਆਂ 'ਚ ਨੇ। ਲੇਖ ਲਿਖਣਾ ਪ੍ਰਧਾਨ ਮੰਤਰੀ ਦਾ, ਔਰ ਕਿੱਡੀਆਂ ਵੱਡੀਆਂ ਵੱਡੀਆਂ ਗੱਲਾਂ ਲਿਖੀਆਂ। ਹੁਣ ਗੱਲ ਤੁਰ ਪਈ। ਹੁਣ ਗੱਲ ਜਦੋਂ ਤੁਰ ਪਈ, ਜਿਹੜੀ ਸਿਆਸਤ ਹੈ ਉਹ ਧਾਰਨਾ ਦੀ ਹੈ, ਨਰੇਟਿਵ ਦੀ ਹੈ। ਜਦੋਂ ਤੱਕ ਨਵਜੋਤ ਸਿੰਘ ਸਿੱਧੂ ਨੇ ਲੜਾਈ ਲੜੀ ਕਾਂਗਰਸ 'ਚ ਰਹਿ ਕੇ ਮਾਫੀਆ ਦੇ ਖਿਲਾਫ, ਚਰਨਜੀਤ ਚੰਨੀ ਹੋਣਾ ਦੇ ਸਮੇਂ ਕਿ ਅਸੀਂ ਬੇਅਦਬੀਆਂ ਦੇ ਇਨਸਾਫ ਲੈਣੇ ਹੈ, ਜਦੋਂ ਨਵਜੋਤ ਸਿੰਘ ਸਿੱਧੂ ਨੇ ਲੜਾਈ ਲੜੀ ਕੈਪਟਨ ਅਮਰਿੰਦਰ ਨਾਲ ਕਿ ਅਸੀਂ ਸ਼ਰਾਬ ਸਰਕਾਰੀ ਕਾਰਪੋਰੇਸ਼ਨ ਬਣਾਈਏ, ਅਸੀਂ ਮਾਈਨਿੰਗ ਦੀ ਪਾਲਿਸੀ ਬਣਾਈਏ, ਨਵਜੋਤ ਸਿੰਘ ਸਿੱਧੂ ਪ੍ਰਸਿੱਧੀ 'ਚ ਰਹੇ। ਹੁਣ ਵੀ ਨਵਜੋਤ ਸਿੰਘ ਸਿੱਧੂ ਉਹੀ ਲੜਾਈ ਲੜ ਰਿਹਾ ਕਿ ਅਸੀਂ ਸਰਕਾਰੀ ਕਾਰਪੋਰੇਸ਼ਨ ਬਣਾਈਏ, ਮਾਫੀਆ ਰਾਜ ਖਤਮ ਹੋਵੇ। ਔਰ ਉਸੇ ਤਰ੍ਹਾਂ ਦੀ ਇੱਕ ਧਾਰਨਾ ਸ਼ੁਰੂ ਹੋ ਗਈ ਵੀ ਕੀ ਅਕਾਲੀ ਭਾਜਪਾ ਗੱਠਜੋੜ ਹੋਏਗਾ, ਹੋਣਾ ਚਾਹੀਦਾ ਹੈ, ਨਹੀਂ ਹੋਏਗਾ। ਉਹਦੇ ਨਾਲ ਇੱਕ ਧਾਰਨਾ ਕਿਸੇ ਵੀ ਦੋ ਪਾਰਟੀਆਂ ਦੀ ਮਜ਼ਬੂਤੀ ਦੀ ਦਿਸ਼ਾ ਦੇ ਵਿੱਚ ਬਣਦੀ ਹੈ ਬਹੁਤ ਵਾਰੀ। ਹੁਣ ਬਹੁਤ ਸਾਰੇ ਲੋਕ ਰਾਏ ਰੱਖਣ ਲੱਗ ਗਏ ਕਿ ਜੇ ਅਕਾਲੀ ਦਲ ਤੇ ਭਾਜਪਾ ਇਕੱਠੇ ਹੋ ਜਾਣ ਤੇ 24 'ਚ ਇੱਕ ਵਾਰੀ ਫੇਰ ਆਮ ਆਦਮੀ ਪਾਰਟੀ ਨੂੰ ਪਸਤ ਕਰ ਸਕਦੀਆਂ ਦੋਵੇਂ ਪਾਰਟੀਆਂ ਜਾਂ ਕਾਂਗਰਸ ਨੂੰ। ਕਿਉਂਕਿ ਇੱਕ ਹੋਰ ਇਹਦੇ ਪਿੱਛੇ ਬੜਾ ਅਹਿਮ ਫੈਕਟਰ ਹੈ। ਬੀਜੇਪੀ ਜਿਸ ਗੱਲ ਤੇ ਨਿਗਾਹ ਰੱਖ ਰਹੀ ਹੈ, ਗੁਜਰਾਤ ਨੂੰ ਬੀਜੇਪੀ ਨੇ ਐਗਜ਼ਾਮਿਨ ਕੀਤਾ ਬਹੁਤ ਵੱਡੇ ਪੱਧਰ ਤੇ। ਬੀਜੇਪੀ ਦੇ ਜਿਹੜੇ ਐਕਸਪਰਟ ਨੇ, ਪੋਲੀਟੀਕਲ ਐਕਸਪਰਟ ਨੇ, ਉਹਨਾਂ ਦੇ ਚੋਣ ਮੈਨੇਜਮੈਂਟ ਦੇ ਐਕਸਪਰਟ ਨੇ, ਉਹਨਾਂ ਨੇ ਇੱਕ ਦੇਖਿਆ ਟ੍ਰੈਂਡ ਕਿ ਜਿੱਥੇ ਕਾਂਗਰਸ ਤਕੜੀ ਹੈ, ਗੁਜਰਾਤ 'ਚ ਤਕੜੀ ਸੀ, ਮੰਨ ਰਹੇ ਸੀ, ਲੋਕ ਕਹਿ ਰਹੇ ਸੀ ਵੀ ਕਾਂਗਰਸ ਵੀ ਆ ਸਕਦੀ ਹੈ, ਉੱਥੇ ਆਮ ਆਦਮੀ ਪਾਰਟੀ ਵੀ ਤਕੜੀ ਸੀ। ਹੁਣ ਜਿੱਥੇ ਤਿੰਨੇ ਪਾਰਟੀਆਂ ਤਕੜੀਆਂ, ਇੱਕ ਪਾਸੇ ਬੀਜੇਪੀ ਹੈ, ਇੱਕ ਪਾਸੇ ਕਾਂਗਰਸ ਹੈ, ਇੱਕ ਪਾਸੇ ਆਪ ਹੈ, ਉੱਥੇ ਕਾਂਗਰਸ ਔਰ ਆਮ ਆਦਮੀ ਪਾਰਟੀ ਨੇ ਵੋਟਾਂ ਆਪਸ 'ਚ ਵੰਡ ਲਈਆਂ। ਆਮ ਆਦਮੀ ਪਾਰਟੀ 13.5% ਦੇ ਕਰੀਬ ਆਈ, 13% ਦੇ ਕਰੀਬ ਆਈ। ਕਾਂਗਰਸ 27-28% ਦੇ ਕਰੀਬ ਆਈ। ਲੇਕਿਨ ਸੀਟਾਂ ਆਮ ਆਦਮੀ ਪਾਰਟੀ 5 ਲੈ ਗਈ, ਕਾਂਗਰਸ 17 ਤੇ ਬੀਜੇਪੀ ਰਿਕਾਰਡ ਤੋੜ ਸੀਟਾਂ ਲੈ ਗਈ, ਕਿਉਂਕਿ ਵੋਟ ਪਰਸੈਂਟੇਜ ਇਸ ਤਰ੍ਹਾਂ ਵੰਡੀ ਗਈ। ਹੁਣ ਪੰਜਾਬ 'ਚ ਬੀਜੇਪੀ ਦੇਖ ਰਹੀ ਹੈ। ਪੰਜਾਬ 'ਚ ਜੇ ਅਸੀਂ ਸੰਗਰੂਰ ਦੀ ਗੱਲ ਕਰੀਏ ਤੇ ਲਗਭਗ 4 ਕੋਣੀ ਮੁਕਾਬਲਾ ਸੀ। ਇੱਕ ਪਾਸੇ ਅਕਾਲੀ, ਇੱਕ ਪਾਸੇ ਆਮ ਆਦਮੀ ਪਾਰਟੀ, ਇੱਕ ਪਾਸੇ ਬੀਜੇਪੀ, ਇੱਕ ਪਾਸੇ ਕਾਂਗਰਸ ਤੇ ਇੱਕ ਪਾਸੇ ਸਿਮਰਨਜੀਤ ਸਿੰਘ। 5 ਕੋਣੀ ਮੁਕਾਬਲਾ ਸੀ। ਪਰ ਸਿਮਰਨਜੀਤ ਸਿੰਘ ਮਾਨ ਨੂੰ ਸ਼ੁਰੂਆਤ 'ਚ ਕੋਈ ਮੁਕਾਬਲੇ 'ਚ ਮਨ ਨਹੀਂ ਸੀ ਰਿਹਾ, ਕਿਉਂਕਿ ਚਾਰੇ ਪਾਰਟੀਆਂ ਉਸ ਵਕਤ ਇੱਕ ਵੈਕਿਊਮ ਵਾਲੀ ਸਥਿਤੀ ਸੀ। ਚਾਰੇ ਪਾਰਟੀਆਂ ਉਸ ਪੋਜੀਸ਼ਨ 'ਚ ਨਹੀਂ ਸੀ ਤੇ ਸਿਮਰਨਜੀਤ ਸਿੰਘ ਮਾਨ MP ਬਣ ਗਏ। ਹੁਣ ਇਹ ਨਵਾਂ ਟ੍ਰੈਂਡ ਆਇਆ। ਹੁਣ 4 ਪਾਰਟੀਆਂ, 5 ਪਾਰਟੀਆਂ ਦਾ ਟ੍ਰੈਂਡ ਇੱਕ ਵਾਰ ਫਿਰ ਜਲੰਧਰ 'ਚ ਇੱਕ ਪਾਸੇ ਅਕਾਲੀ ਬਸਪਾ, ਇੱਕ ਪਾਸੇ ਬੀਜੇਪੀ, ਇੱਕ ਪਾਸੇ ਕਾਂਗਰਸ, ਇੱਕ ਪਾਸੇ ਆਪ, ਔਰ ਸਿਮਰਨਜੀਤ ਸਿੰਘ ਮਾਨ ਦੀ ਪਾਰਟੀ ਵੀ ਹੈ। ਪਰ ਕਿਉਂਕਿ ਸਿਮਰਨਜੀਤ ਸਿੰਘ ਮਾਨ ਆਪ ਨਹੀਂ ਖੜੇ, ਇਸ ਕਰਕੇ 4 ਕੋਣੀ ਮੁਕਾਬਲਾ ਜ਼ਿਆਦਾ ਦੇਖਿਆ ਜਾ ਰਿਹਾ। ਹੁਣ ਇਸ 4 ਕੋਣੀ ਮੁਕਾਬਲੇ ਦੇ ਵਿੱਚ ਬੀਜੇਪੀ ਇਹ ਵੀ ਸਮਝੂਗੀ ਕਿ ਜਦੋਂ ਨਤੀਜੇ ਆਉਂਦੇ ਨੇ ਤੇ ਅਸੀਂ ਨਤੀਜਿਆਂ ਤੋਂ ਬਾਅਦ ਅਗਰ ਅਕਾਲੀ ਬੀਜੇਪੀ ਇਕੱਠੇ ਵੋਟਾਂ ਜੋੜੀਏ ਤੇ ਅਸੀਂ ਕਿੱਥੇ ਖੜਦੇ ਹਾਂ। ਹਾਲਾਂਕਿ ਇੱਥੇ ਬਸਪਾ ਵੀ ਨਾਲ ਹੈ। ਸੋ ਕਈ ਤਰ੍ਹਾਂ ਦੇ ਸਮੀਕਰਨ ਨੇ ਜਿਨ੍ਹਾਂ ਤੇ ਨਜ਼ਰ ਹੈ ਬੀਜੇਪੀ ਦੀ। ਅਗਰ ਬੀਜੇਪੀ ਔਰ ਅਕਾਲੀ ਦਲ ਪਹਿਲੀ ਦੂਜੀ ਥਾਂ ਤੇ ਆਉਂਦੇ ਨੇ ਜਾਂ ਦੂਜੀ ਤੀਜੀ ਥਾਂ ਤੇ ਆਉਂਦੇ ਨੇ, ਫਿਰ ਬੀਜੇਪੀ ਦਾ ਨਜ਼ਰੀਆ ਹੋਰ ਹੋਏਗਾ। ਦੇਖੋ, ਇੱਕ ਵੱਡਾ ਫੈਕਟਰ ਹੈ ਕਿਸਾਨ ਮੁੱਦਿਆਂ ਤੇ, ਕਿਸਾਨ ਬਿੱਲਾਂ ਦੇ ਮੁੱਦਿਆਂ ਤੇ ਅਕਾਲੀ ਦਲ ਨੇ ਸਮਰਥਨ ਵਾਪਸ ਲਿਆ ਸੀ। ਬੀਜੇਪੀ ਦੇ ਲੀਡਰ ਕਹਿੰਦੇ ਹੈ ਕਿ ਅਸੀਂ ਅਕਾਲੀ ਦਲ ਨੂੰ ਨਹੀਂ ਛੱਡਿਆ। ਹੁਣ ਜਦੋਂ ਬੀਜੇਪੀ ਨੇ ਅਕਾਲੀ ਦਲ ਨੂੰ ਨਹੀਂ ਛੱਡਿਆ, ਸਾਥ ਅਕਾਲੀ ਦਲ ਨੇ ਛੱਡਿਆ, ਹੁਣ ਪਹਿਲ ਬੀਜੇਪੀ ਦੀ ਹੋਊਗੀ।
ਹੁਣ ਅਗਰ ਬੀਜੇਪੀ ਨੂੰ ਲੱਗੂ ਕਿ ਸਾਨੂੰ ਗੱਠਜੋੜ ਕਰਨਾ ਚਾਹੀਦਾ ਤੇ ਬੀਜੇਪੀ ਪਹਿਲ ਕਰ ਸਕਦੀ ਹੈ ਗੱਠਜੋੜ ਕਰਨ ਦੀ। ਫਿਰ ਸਮੀਕਰਨ ਸਥਿਤੀਆਂ ਕਿਸ ਤਰ੍ਹਾਂ ਦੀਆਂ ਰਹਿਣਗੀਆਂ? ਪਹਿਲਾਂ ਵਾਲੀਆਂ ਸਥਿਤੀਆਂ ਨਹੀਂ ਰਹਿਣਗੀਆਂ। ਅਕਾਲੀ ਦਲ ਨੂੰ ਵੀ ਕਾਫੀ ਕੁਝ ਕੰਪਰੋਮਾਈਜ਼ ਕਰਨਾ ਪਊਗਾ, ਸਮਝੌਤੇ ਕਰਨੇ ਪੈਣਗੇ। ਉਲਟ ਵੀ ਹੋ ਸਕਦੀ ਹੈ, ਜਿੱਥੇ ਪੋਜੀਸ਼ਨ ਪਹਿਲਾਂ ਅਕਾਲੀ ਦਲ ਸੀ ਉੱਥੇ ਬੀਜੇਪੀ ਵੀ ਆ ਸਕਦੀ ਹੈ, ਬਰਾਬਰ 50-50 ਵੀ ਆ ਸਕਦੀ ਹੈ। ਪਰ ਇਹ ਸਾਰਾ ਕੁਝ ਆંકੜੇ ਸਮੀਕਰਨ ਉਹਨਾਂ ਦੇ ਉੱਤੇ ਆਧਾਰਿਤ ਹੋਏਗਾ। ਦੇਸ਼ 'ਚ 2024 ਦੀਆਂ ਚੋਣਾਂ ਤੋਂ ਪਹਿਲਾਂ ਕੀ ਬੀਜੇਪੀ ਆਪਣੇ ਦਮ ਤੇ ਸੱਤਾ ਚਾਹੁੰਦੀ ਲੱਗੇਗੀ? ਬੀਜੇਪੀ ਨੂੰ ਸਰਵੇਖਣਾਂ 'ਚ, ਉਹਨਾਂ ਦੇ ਅੰਦਰੂਨੀ ਸਰਵੇਖਣਾਂ 'ਚ ਕਿ ਬੀਜੇਪੀ ਨੂੰ ਲੋੜ ਮਹਿਸੂਸ ਹੋਏਗੀ ਕਿ ਅਗਰ ਅਕਾਲੀ ਦਲ ਸਾਡੇ ਨਾਲ ਆਉਂਦਾ ਹੈ ਤੇ ਸਾਡਾ ਦੇਸ਼ 'ਚ ਵੋਟ ਫੀਸਦ ਵੱਧਦਾ ਹੈ, ਦਿੱਲੀ 'ਚ ਮਜ਼ਬੂਤ ਹੁੰਦੇ ਆ, ਹਰਿਆਣੇ 'ਚ ਮਜ਼ਬੂਤ ਹੁੰਦੇ ਆ, ਜਿਵੇਂ ਮੈਂ ਪਹਿਲਾਂ ਗੱਲ ਕੀਤੀ। ਸੋ ਇਹ ਬਹੁਤ ਸਾਰੇ ਫੈਕਟਰ ਨੇ ਜਿਨ੍ਹਾਂ ਤੋਂ ਬਾਅਦ ਇਹ ਤੈਅ ਹੋਣਾ ਹੈ ਕਿ ਕੀ ਅਕਾਲੀ ਬਸਪਾ ਗੱਠਜੋੜ ਹੋਏਗਾ ਜਾਂ ਨਹੀਂ ਹੋਏਗਾ। ਉਂਝ ਅਗਰ ਪੰਜਾਬ 'ਚ ਅਕਾਲੀ ਬੀਜੇਪੀ ਗੱਠਜੋੜ ਹੁੰਦਾ, ਮੈਂ ਪਹਿਲਾਂ ਬਸਪਾ ਕਹਿ ਗਿਆ, ਅਕਾਲੀ ਬਸਪਾ ਤਾਂ ਗੱਠਜੋੜ ਹੈ ਹੀ ਹੈ, ਪਰ ਜੇ ਅਕਾਲੀ ਬੀਜੇਪੀ ਗੱਠਜੋੜ ਹੁੰਦਾ ਹੈ ਤੇ ਫਿਰ ਬਸਪਾ ਦੇ ਨਾਲ ਭੂਮਿਕਾ ਕੀ ਰਹੇਗੀ, ਇਹ ਵੀ ਆਪਣੇ ਆਪ ਦੇ ਵਿੱਚ ਹੈ। ਪਰ ਇਹ ਗੱਲ ਬਹੁਤ ਤੈਅ ਹੈ, ਅਗਰ ਅਕਾਲੀ ਬੀਜੇਪੀ ਦਾ ਗੱਠਜੋੜ ਪਹਿਲਾਂ ਦੀ ਤਰ੍ਹਾਂ ਹੁੰਦਾ 2024 ਤੋਂ ਪਹਿਲਾਂ, ਤੇ ਫਿਰ 3 ਕੋਣੀ ਮੁਕਾਬਲਾ ਪੰਜਾਬ 'ਚ ਸ਼ੁੱਧ ਰੂਪ 'ਚ ਨਜ਼ਰ ਆਊਗਾ। ਇੱਕ ਪਾਸੇ ਅਕਾਲੀ ਬੀਜੇਪੀ, ਇੱਕ ਪਾਸੇ ਕਾਂਗਰਸ, ਇੱਕ ਪਾਸੇ ਆਪ। ਔਰ ਉਸ ਰੂਪ ਦੇ ਵਿੱਚ ਬੀਜੇਪੀ ਦੇਖ ਰਹੀ ਹੋਣੀ ਹੈ, ਬੀਜੇਪੀ ਦੇ ਚੋਣ ਮਾਰ ਦੇਖ ਰਹੇ ਹੋਣੇ ਕਿ ਅਗਰ ਗੱਠਜੋੜ ਹੁੰਦਾ ਹੈ ਤੇ ਇੱਕ ਪਾਸੇ ਆਪ ਹੈ, ਇੱਕ ਪਾਸੇ ਕਾਂਗਰਸ ਹੈ, ਕਾਂਗਰਸ ਔਰ ਆਪ ਪੰਜਾਬ 'ਚ ਕਿਸ ਤਰ੍ਹਾਂ ਦਾ ਵਿਹਾਰ ਕਰਨਗੀਆਂ ਵੋਟਰਾਂ ਦੀ ਵੋਟਿੰਗ ਹਾਸਲ ਕਰਨ ਦੇ ਰੂਪ 'ਚ। ਇਹ ਅੱਗੇ ਬਹੁਤ ਸਾਰੀਆਂ ਚੋਣਾਂ ਨੇ, ਕਾਰਪੋਰੇਸ਼ਨਾਂ ਦੀਆਂ ਚੋਣਾਂ ਨੇ, ਸਾਡੇ ਅੱਗੇ ਜ਼ਿਮਨੀ ਚੋਣ ਪਈ ਹੈ। ਇਹਦੇ ਤੋਂ ਟ੍ਰੈਂਡ ਓਬਜ਼ਰਵ ਕੀਤਾ ਜਾਊਗਾ। ਉਸ ਤੋਂ ਬਾਅਦ ਬੀਜੇਪੀ ਫੈਸਲਾ ਕਰਨ ਦੀ ਸਥਿਤੀ 'ਚ ਆਏਗੀ। ਮੈਨੂੰ ਲੱਗਦਾ ਹੈ ਕਿ ਅਗਰ ਅਕਾਲੀ ਬੀਜੇਪੀ ਦਾ ਗੱਠਜੋੜ ਹੋਏਗਾ ਤੇ ਉਹ ਚੋਣਾਂ ਦੇ ਬਹੁਤ ਨੇੜੇ ਜਾ ਕੇ ਹੋਏਗਾ, 3-4 ਮਹੀਨੇ ਪਹਿਲਾਂ ਜਾ ਕੇ ਅਗਰ ਹੋਏਗਾ। ਔਰ ਹੋਏਗਾ ਤਾਂ ਅਗਰ ਉਹ ਸਾਰੇ ਫੈਕਟਰ, ਜਿਹੜੇ ਫੈਕਟਰ ਅਸੀਂ ਜ਼ਿਕਰ ਕੀਤੇ ਨੇ, ਅਗਰ ਸਿਆਸਤ ਉਹਨਾਂ ਫੈਕਟਰਾਂ ਦੇ ਆਲੇ ਦੁਆਲੇ ਘੁੰਮੇਗੀ, ਅਗਰ ਕੋਈ ਹੋਰ ਤਰ੍ਹਾਂ ਦੇ ਹਾਲਾਤ ਬਣਦੇ ਨੇ ਤੇ ਫਿਰ ਸਥਿਤੀਆਂ ਵੱਖ ਵੀ ਹੋ ਸਕਦੀਆਂ। ਡੱਲਾ ਜੀ, ਗੱਲ ਆਪਾਂ ਜਲੰਧਰ ਜ਼ਿਮਨੀ ਚੋਣ ਦੀ ਵੀ ਜ਼ਰੂਰ ਕਰਾਂਗੇ ਕਿ ਹੁਣ ਕੀ ਤਾਜ਼ਾ ਹਾਲਾਤ ਚੱਲ ਰਹੇ ਨੇ। ਸੋ ਜਲੰਧਰ ਜ਼ਿਮਨੀ ਚੋਣ ਦਾ ਜਿਹੜਾ ਮੁਕਾਬਲਾ ਹੋਰ ਕੰਢੇਦਾਰ ਹੁੰਦਾ ਨਜ਼ਰ ਆ ਰਿਹਾ ਹੈ। ਗੱਲ ਕਰੀਏ ਆਪਾਂ ਬੀਜੇਪੀ ਦਾ, ਬੀਜੇਪੀ ਵੱਲੋਂ ਜਿਹੜੇ ਕੇਂਦਰੀ ਮੰਤਰੀ ਨੇ ਹਰਦੀਪ ਪੁਰੀ, ਉਹ ਮੈਦਾਨ ਵਿੱਚ ਉਤਰੇ, ਪੂਰੇ ਜ਼ੋਰ ਸ਼ੋਰ ਦੇ ਨਾਲ ਉਹਨਾਂ ਨੇ ਚੋਣ ਪ੍ਰਚਾਰ ਕੀਤਾ ਹੈ ਜਲੰਧਰ ਦੇ ਵਿੱਚ। ਆਮ ਆਦਮੀ ਪਾਰਟੀ ਦੇ ਕਨਵੀਨਰ ਭਗਵੰਤ ਮਾਨ ਖੁਦ ਸਰਗਰਮ ਉੱਥੇ ਲਗਾਤਾਰ ਨਜ਼ਰ ਆ ਰਹੇ ਨੇ। ਬਾਕੀ ਪਾਰਟੀਆਂ ਦੀਆਂ ਸਥਿਤੀਆਂ ਦੀ ਵੀ ਜੇਕਰ ਗੱਲ ਕਰੀਏ ਤਾਂ ਕਾਫੀ ਸਰਗਰਮੀਆਂ ਨਜ਼ਰ ਆ ਰਹੀਆਂ ਨੇ। ਪ੍ਰਕਾਸ਼ ਸਿੰਘ ਬਾਦਲ ਦੀ ਦੁਨੀਆ ਤੋਂ ਵਿਦਾਈ ਤੋਂ ਬਾਅਦ ਜੋ ਹੈ ਅਕਾਲੀ ਦਲ ਅਤੇ ਬਸਪਾ ਦਾ ਜਿਹੜਾ ਗੱਠਜੋੜ ਹੈ, ਉਹਨਾਂ ਦੇ ਜਿਹੜੇ ਆਗੂ ਨੇ ਉਹ ਵੀ ਚੋਣ ਪ੍ਰਚਾਰ ਵਿੱਚ ਡਟੇ ਹੋਏ ਨੇ। ਜ਼ਮੀਨੀ ਪੱਧਰ ਤੇ ਜ਼ੋਰ ਅਜ਼ਮਾਇਸ਼ ਹਰ ਪਾਰਟੀ ਕਰ ਰਹੀ ਹੈ ਆਪਣੇ ਵੱਲੋਂ। ਕਾਂਗਰਸ ਪਾਰਟੀ ਦੀ ਵੀ ਗੱਲ ਕਰ ਲਈਏ, ਕੱਲ ਨਵਜੋਤ ਸਿੰਘ ਸਿੱਧੂ ਨੇ ਜੋ ਹੈ ਚੋਣ ਪ੍ਰਚਾਰ ਕੀਤਾ ਉੱਥੇ। ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਉੱਪਰ? ਅਗਰ ਆਪਾਂ ਅਪਡੇਟ ਦੀ ਗੱਲ ਕਰੀਏ, ਜਿਸ ਤਰੀਕੇ ਨਾਲ ਹੁਣ ਸਥਿਤੀਆਂ ਹਰ ਦਿਨ ਦੇ ਨਾਲ ਬਦਲਦੀਆਂ ਜਾ ਰਹੀਆਂ, ਕਿਹੜੀਆਂ ਪਾਰਟੀਆਂ ਜਾਂ ਕਿਹੜੀ ਪਾਰਟੀ ਤੁਹਾਨੂੰ ਲੱਗ ਰਿਹਾ ਇਸ ਸਮੇਂ ਅੱਗੇ ਚੱਲ ਰਹੀ ਹੈ ਰੇਸ ਦੇ ਵਿੱਚ, ਜਾਂ ਫਿਰ ਹਲੇ ਵੀ ਸੰਭਾਵਨਾਵਾਂ ਬਰਾਬਰ ਹੀ ਬਣੀਆਂ ਦਿਖਦੀਆਂ ਨੇ? ਹਰਜੋਤ ਜੀ, ਸੰਗਰੂਰ 'ਚ ਵੀ ਕੋਈ ਅੰਦਾਜ਼ਾ ਨਹੀਂ ਸੀ ਲੱਗ ਰਿਹਾ ਚੋਣਾਂ ਜਦੋਂ ਸ਼ੁਰੂ ਹੋਈਆਂ। ਅਖੀਰ ਤੱਕ ਆਉਂਦੇ ਗੱਲ ਕਿਸੇ ਅੰਦਾਜ਼ੇ ਤੇ ਪਹੁੰਚੀ ਸੀ। ਪਰ ਜਲੰਧਰ ਦੇ ਵਿੱਚ ਹਜੇ ਉਹ ਸਥਿਤੀ ਹੈ ਕਿ 4-5 ਕੋਣੀ ਟੱਕਰ ਹੈ, ਮੁੱਖ ਰੂਪ 'ਚ 4 ਕੋਣੀ ਟੱਕਰ ਹੈ ਕਹਿ ਸਕਦੇ ਹਾਂ। ਔਰ ਕੁਝ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ ਕਿ ਕਿਹੜੀ ਪਾਰਟੀ ਜਿੱਤੂਗੀ, ਕਿਉਂਕਿ ਕੋਈ ਵੀ ਪਾਰਟੀ ਜਿੱਤ ਸਕਦੀ ਹੈ। ਇਹ ਨਹੀਂ ਕਿਹਾ ਜਾ ਸਕਦਾ ਕਿ ਆਹ ਇੱਕ ਪਾਰਟੀ ਜਿੱਤੂਗੀ, ਆਹ ਫਰਕ ਹੈ। ਹੁਣ ਅੰਦਾਜ਼ਾ ਇਹ ਹੈ ਕਿ ਅਸੀਂ ਕਿਸੇ ਪਾਰਟੀ ਬਾਰੇ ਇਹ ਨਹੀਂ ਕਹਿ ਸਕਦੇ ਕਿ ਇਹ ਪਾਰਟੀ ਜਿੱਤੇਗੀ। ਅਸੀਂ ਇਹ ਕਹਿ ਸਕਦੇ ਹਾਂ ਕਿ ਕੋਈ ਵੀ ਪਾਰਟੀ ਜਿੱਤ ਸਕਦੀ ਹੈ, ਕਿਉਂਕਿ ਸਿਆਸੀ ਵੈਕਿਊਮ, ਪੋਲੀਟੀਕਲ ਖਲਾਅ ਬਣਿਆ ਹੋਇਆ। ਸਾਰੀਆਂ ਪਾਰਟੀਆਂ ਦੇ ਲੀਡਰਾਂ ਨੇ ਪੂਰਾ ਜ਼ੋਰ ਲਾ ਰੱਖਿਆ। ਜਿਵੇਂ ਤੁਸੀਂ ਸਵਾਲ ਵੀ ਕੀਤਾ, ਕੱਲ ਨਵਜੋਤ ਸਿੰਘ ਸਿੱਧੂ ਵੀ ਗਏ, ਉੱਤਰੀ ਹਲਕੇ ਦੇ ਵਿੱਚ ਉਹਨਾਂ ਦੇ ਚੋਣ ਜਲਸੇ ਸੀ। ਨਵਜੋਤ ਸਿੰਘ ਸਿੱਧੂ ਨੇ ਚੋਣ ਜਲਸਿਆਂ ਦੇ ਵਿੱਚ ਜੰਮ ਕੇ ਸਿਆਸੀ ਵਾਰ ਕੀਤਾ ਭਗਵੰਤ ਮਾਨ ਤੇ ਵੀ। ਆਮ ਆਦਮੀ ਪਾਰਟੀ ਨੇ 2022 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੇ ਵਾਅਦੇ ਕੀਤੇ ਸੀ, ਉਹਨਾਂ ਮਸਲਿਆਂ ਤੇ ਨਵਜੋਤ ਸਿੰਘ ਸਿੱਧੂ ਨੇ ਫੇਰ ਭਗਵੰਤ ਮਾਨ ਨੂੰ ਘੇਰਿਆ। ਹਾਲਾਂਕਿ ਜਿਹੜੇ ਸ਼ਹੀਦ ਫੌਜੀਆਂ ਨੂੰ 1-1 ਕਰੋੜ ਦੇ ਚੈੱਕ ਦਿੱਤੇ ਨੇ ਭਗਵੰਤ ਮਾਨ ਨੇ, ਟਵੀਟ ਕਰਕੇ ਨਵਜੋਤ ਸਿੰਘ ਸਿੱਧੂ ਨੇ ਉਸ ਗੱਲ ਲਈ ਧੰਨਵਾਦ ਵੀ ਕੀਤਾ ਸੀ ਭਗਵੰਤ ਮਾਨ ਦਾ ਕਿ ਇਹ ਚੰਗੀ ਗੱਲ ਹੈ। ਪਰ ਜਿੱਥੇ ਕਮੀਆਂ ਨੇ ਉੱਥੇ ਨਵਜੋਤ ਸਿੰਘ ਸਿੱਧੂ ਲਗਾਤਾਰ ਭਗਵੰਤ ਮਾਨ ਅੱਗੇ ਸਵਾਲ ਪਾ ਰਹੇ ਨੇ ਕਿ 1-1 ਹਜ਼ਾਰ ਰੁਪਇਆ ਖਾਤਿਆਂ 'ਚ ਗੱਲ ਕਿੱਥੇ ਖੜੀ ਹੈ।
ਪੰਜਾਬ ਦਾ ਖਜ਼ਾਨਾ ਉੱਪਰ ਕਿਉਂ ਨਹੀਂ ਜਾ ਰਿਹਾ, ਕਰਜ਼ਾ ਕਿਉਂ ਹੋਰ ਲੈਣਾ ਪੈ ਰਿਹਾ, ਸਰਕਾਰੀ ਕਾਰਪੋਰੇਸ਼ਨ ਕਿਉਂ ਨਹੀਂ ਬਣੀ, ਰੇਤੇ ਤੋਂ ਮਾਫੀਆ, ਭਾਵੇਂ ਮਾਫੀਆ ਘਟਿਆ ਪਰ ਮਾਫੀਆ ਮੁਕਤ ਨਹੀਂ ਹੋਇਆ, ਤੇ ਰੇਤੇ ਤੋਂ ਪ੍ਰੋਫਿਟ ਖਜ਼ਾਨੇ 'ਚ ਆ ਨਹੀਂ ਰਿਹਾ। ਸ਼ਰਾਬ ਤੋਂ ਵੀ ਬਹੁਤ ਜ਼ਿਆਦਾ ਕਮਾਈ ਨਹੀਂ ਆ ਰਹੀ ਜਿੱਡੀ ਕਹੀ ਗਈ ਸੀ। ਸਰਕਾਰੀ ਕਾਰਪੋਰੇਸ਼ਨ ਨਾ ਰੇਤੇ ਦੀ ਨਾ ਸ਼ਰਾਬ ਦੀ, ਇਹ ਲਗਭਗ ਸਾਰੇ ਮਸਲੇ ਨੇ ਜਿਹੜੇ ਉਹ ਨਵਜੋਤ ਸਿੰਘ ਸਿੱਧੂ ਨੇ ਚੱਕਤੇ। ਹਾਲਾਂਕਿ ਭਗਵੰਤ ਮਾਨ ਦਾ ਲਗਾਤਾਰ ਜ਼ੋਰ ਲੱਗਿਆ, ਹਰਚੰਦ ਬਰਸਟ ਦਾ ਪੂਰਾ ਜ਼ੋਰ ਲੱਗਿਆ, ਜ਼ੀਰੋ ਬਿੱਲ, ਮਹੱਲਾ ਕਲੀਨਿਕ, ਸਿੱਖਿਆ, ਇਹ ਸਾਰੀਆਂ ਗੱਲਾਂ ਮੂਲ ਰੂਪ 'ਚ ਕਰ ਰਹੇ ਨੇ। ਰਜਿਸਟਰੀਆਂ ਦੇ ਉੱਤੇ ਜਿਹੜਾ 15 ਮਈ ਦੀ ਡੇਟ ਕਰਤੀ, ਜਿਹੜੀ ਕੁਝ ਛੋਟ ਦਿੱਤੀ ਹੋਈ ਹੈ। ਰਜਿਸਟਰੀ ਜਦੋਂ ਕਰਾਉਣੇ ਆ ਤੇ ਉਹ ਐਫੀਡੇਵਿਟ ਬੜੇ ਲੱਗਦੇ ਸੀ ਜੀ, ਉਹ ਕਈ ਵਾਰੀ ਉਹਦੇ ਤੇ ਛੋਟ ਦੇ ਦਿੰਦੀਆਂ ਸਰਕਾਰਾਂ। ਆਮ ਆਦਮੀ ਪਾਰਟੀ ਦੀ ਸਰਕਾਰ ਕੁਝ ਖਾਸ ਪ੍ਰਾਪਤੀਆਂ, 28,000 ਤੋਂ ਵੱਧ ਨੌਕਰੀਆਂ, ਇਹ ਗੱਲ ਲੋਕਾਂ 'ਚ ਲੈ ਕੇ ਜਾ ਰਹੀ ਹੈ। ਮੁਹੱਲਾ ਕਲੀਨਿਕਾਂ ਦੀ ਗੱਲ ਹੋ ਰਹੀ ਹੈ ਕਿ 500 ਤੋਂ ਵੱਧ ਬਣਾ ਦੇ, ਪਰ ਜਲੰਧਰ 'ਚ ਕਹਿੰਦੇ 38, 39, 40 ਹੈ। ਪਰ ਸਰਕਾਰੀ ਹਸਪਤਾਲਾਂ ਦੀ ਹਾਲਤ ਜਦੋਂ ਕੋਈ ਵਿਅਕਤੀ ਜਾ ਕੇ ਦੇਖਦਾ ਹੈ ਤੇ ਉਹ ਮੁਹੱਲਾ ਕਲੀਨਿਕ ਵੀ ਭੁੱਲ ਜਾਂਦਾ। ਇਹ ਵੀ ਦੁਨੀਆ ਤੋਂ ਗੱਲ ਲੁਕੀ ਨਹੀਂ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਹਾਲ ਪਿਛਲੀਆਂ ਸਰਕਾਰਾਂ ਨਾਲੋਂ ਵੀ ਜ਼ਿਆਦਾ ਕੰਡਮ ਹੋ ਗਏ, ਹਾਲ ਕਮਜ਼ੋਰ ਹੋ ਗਏ ਪਿਛਲੀਆਂ ਸਰਕਾਰਾਂ ਨਾਲੋਂ ਵੀ ਸਰਕਾਰੀ ਹਸਪਤਾਲਾਂ ਦੇ। ਇਸ ਪਾਸੇ ਸਰਕਾਰ ਨੂੰ ਧਿਆਨ ਦੇਣ ਦੀ ਲੋੜ ਹੈ। ਸਕੂਲ, ਸਾਰਾ ਜ਼ੋਰ 117 ਸਕੂਲਾਂ 'ਤੇ ਲੱਗਿਆ ਹੋਇਆ। ਸਕੂਲ ਆਫ ਐਮੀਨੈਂਸ, ਉਹਦੇ ਲਈ ਤਾਂ ਚਲੋ ਵੈਬਸਾਈਟ ਵੀ ਬਣ ਗਈ, ਪਰ ਸਮੁੱਚੇ ਸਕੂਲਾਂ ਦੇ ਵਿਕਾਸ ਦਾ ਏਜੰਡਾ ਜ਼ਮੀਨ ਤੇ ਨਜ਼ਰ ਨਹੀਂ ਆਉਂਦਾ। ਹਾਂ, ਮੰਤਰੀ ਹਰਜੋਤ ਬੈਂਸ ਮਿਹਨਤ ਬਹੁਤ ਕਰ ਰਹੇ ਨੇ, ਕਿਉਂਕਿ ਉਹਨਾਂ ਕੋਲੇ ਹੁਣ ਸਿਰਫ ਸਕੂਲਾਂ ਵਾਲਾ ਮਹਿਕਮਾ ਹੀ ਹੈ ਬਤੌਰ ਮੰਤਰੀ। ਉਹ ਸਕੂਲ 'ਚ ਵੀ ਜਾਂਦੇ ਨੇ, ਵਿਦਿਆਰਥੀਆਂ ਨੂੰ ਇਨਕਰੇਜ ਵੀ ਕਰਦੇ ਨੇ। ਬਾਕੀ ਇੱਕ ਵੀਡੀਓ ਸੁਖਪਾਲ ਖਹਿਰਾ ਨੇ ਸ਼ੇਅਰ ਕੀਤੀ ਸੀ ਦਿੱਲੀ ਦੇ ਸਕੂਲਾਂ ਦੀ, ਇਹਨਾਂ ਦੇ ਨਵੇਂ ਮੰਤਰੀ ਉੱਥੇ ਜਾ ਰਹੇ ਸੀ। ਦਿੱਲੀ ਦੇ ਸਕੂਲਾਂ ਦੀ ਵੀ ਬਹੁਤਿਆਂ ਦੀ ਹਾਲਤ ਜ਼ਿਆਦਾ ਚੰਗੀ ਨਹੀਂ ਹੈ। ਕੁਝ ਕੁ ਸਕੂਲ ਚੰਗੇ ਬਣਾ ਕੇ ਪੂਰਾ ਸਿੱਖਿਆ ਮਾਡਲ ਹੈ ਜਿਹੜਾ ਕ੍ਰਾਂਤੀਕਾਰੀ ਨਹੀਂ ਬਣ ਜਾਂਦਾ। ਪੰਜਾਬ 'ਚ ਵੀ ਕਿੰਨੀ ਵੱਡੀ ਗਿਣਤੀ 'ਚ ਸਕੂਲ ਨੇ, ਤਦ ਤੱਕ ਸਿੱਖਿਆ 'ਚ ਕ੍ਰਾਂਤੀ ਨਹੀਂ ਆਉਣੀ ਜਦ ਤੱਕ ਸਾਰੇ ਸਕੂਲ ਨਹੀਂ ਚੰਗੇ ਬਣਦੇ। ਅਸਲ 'ਚ ਅੱਜ ਕੱਲ੍ਹ ਧਾਰਨਾ ਦੀ ਪੋਲਿਟਿਕਸ ਚੱਲਦੀ ਹੈ ਕਿ 100 ਦੇ ਵਿੱਚੋਂ 5 ਕੁ ਸਕੂਲ ਵਧੀਆ ਬਣਾ ਲਓ, ਉਹ 5 ਸਕੂਲਾਂ ਦਾ ਪ੍ਰਚਾਰ ਕਰੋ ਤੇ ਦੁਨੀਆ ਭਰ 'ਚ ਜਾਵੇ ਕਿ ਦੇਖੋ ਸਕੂਲ ਕਿੰਨੇ ਵਧੀਆ ਬਣ ਗਏ। ਜਦ ਕਿ ਹੁਣ ਪੋਲਿਟਿਕਸ ਉਹ ਨਹੀਂ ਚੱਲਦੀ, ਕਿਉਂਕਿ ਸੋਸ਼ਲ ਮੀਡੀਆ, ਹਰ ਵਿਅਕਤੀ ਸੋਸ਼ਲ ਮੀਡੀਆ ਦੇ ਉੱਤੇ ਹੈ, ਹਰ ਵਿਅਕਤੀ ਆਪਣੇ ਸਕੂਲ ਦੀ ਗੱਲ ਕਰ ਦਿੰਦਾ। ਇਸ ਕਰਕੇ ਸਮੂਹਿਕ ਵਿਕਾਸ ਦੀ ਲੋੜ ਹੈ। ਹੁਣ ਜੇ ਮੁਹੱਲਾ ਕਲੀਨਿਕ ਬਣਨੇ ਨੇ ਤੇ ਪੂਰੇ ਪੰਜਾਬ 'ਚ ਬਣਨ, ਸਾਰੇ ਹਸਪਤਾਲ ਚੰਗੇ ਬਣਨ, ਸਾਰੇ ਸਕੂਲ ਚੰਗੇ ਬਣਨ, ਭਾਵੇਂ ਥੋੜ੍ਹੇ ਥੋੜ੍ਹੇ ਉਦਮ ਹੋਣ, ਲੇਕਿਨ ਉਹ ਸਾਰੇ ਸਕੂਲਾਂ 'ਚ ਸਮੂਹਿਕ ਤੌਰ ਦੇ ਉੱਤੇ ਹੋਣੇ ਚਾਹੀਦੇ ਨੇ। ਇਸ ਤਰ੍ਹਾਂ ਦੀ ਸਿਆਸਤ ਦੀ ਲੋੜ ਹੈ ਆਉਣ ਵਾਲੇ ਸਮੇਂ ਦੇ ਵਿੱਚ, ਕਿਉਂਕਿ ਗੱਲ ਹੁਣ ਸਿਰਫ ਵਾਅਦਿਆਂ ਨਾਲ ਨਹੀਂ ਤੁਰਨੀ, ਕਿਉਂਕਿ ਸੰਗਰੂਰ 'ਚ ਆਮ ਆਦਮੀ ਪਾਰਟੀ ਨਹੀਂ ਜਿੱਤ ਸਕੀ। ਇਸ ਕਰਕੇ ਜ਼ੋਰ ਆਮ ਆਦਮੀ ਪਾਰਟੀ ਨੇ ਇੱਥੇ ਲਾਇਆ ਪੂਰਾ ਕਿ ਅਸੀਂ ਹੋਰ ਵੀ ਕਰਾਂਗੇ। ਅਸੀਂ ਭਾਵੇਂ ਜਲੰਧਰ 'ਚ ਕੂੜੇ ਦੀ ਸਮੱਸਿਆ ਹੈ, ਭਾਵੇਂ ਸੜਕਾਂ ਖਰਾਬ ਦੀ ਸਮੱਸਿਆ ਹੈ, ਭਾਵੇਂ ਹਵਾਈ ਅੱਡੇ ਦੀ ਸਮੱਸਿਆ ਆਦਮਪੁਰ ਵਾਲੇ, ਭਾਵੇਂ ਵੱਡੀਆਂ ਗੱਲਾਂ ਹੋਰ ਵੀ ਹੋਈਆਂ ਸੀ। ਸਪੋਰਟਸ ਯੂਨੀਵਰਸਿਟੀ ਦੀ ਗੱਲ ਹੋਈ ਸੀ, ਗੱਲਾਂ ਹੋਈਆਂ ਸੀ ਕਿ ਖਾਸ ਤਰ੍ਹਾਂ ਦੇ ਜਿਹੜੇ ਨੇ ਟ੍ਰੇਡ ਹੋਣਗੇ, ਸਕਿੱਲ ਡਿਵੈਲਪਮੈਂਟ ਦੇ ਕੰਮ ਹੋਣਗੇ, ਇੰਡਸਟਰੀ ਬਹੁਤ ਵੱਡੀ ਪੱਧਰ 'ਤੇ ਜਾਊਗੀ ਖੇਡਾਂ ਦੀ। ਸੋ ਕਾਗਜ਼ 'ਤੇ ਲਿਖੀ ਤੇ ਹਕੀਕਤ ਦੋਨਾਂ 'ਚ ਬੜਾ ਫਰਕ ਹੁੰਦਾ। ਕਈ ਵਾਰੀ ਜਦੋਂ ਕੋਈ ਨਵਾਂ ਵਪਾਰ ਸ਼ੁਰੂ ਕਰਨਾ ਹੁੰਦਾ ਹੈ ਤੇ ਕੈਲਕੂਲੇਟਰ 'ਤੇ ਜਦੋਂ ਮੁਨਾਫਾ ਕੱਢਦੇ ਹਾਂ ਬਿਨਾਂ ਕੰਮ ਕੀਤੇ, ਤਾਂ ਐਂ ਲੱਗਦਾ ਵੀ ਇਸ ਕੰਮ 'ਚ ਬੜਾ ਮੁਨਾਫਾ ਭਾਈ, ਹੁਣੀ ਸ਼ੁਰੂ ਕਰੀਏ। ਤੇ ਜਦੋਂ ਕੰਮ 'ਚ ਹੱਥ ਪੈਂਦਾ ਤੇ ਫਿਰ ਪਤਾ ਲੱਗਦਾ ਹੈ ਕਿ ਭਾਈ ਮੁਨਾਫੇ ਬਹੁਤ ਮਿਹਨਤਾਂ ਤੋਂ ਬਾਅਦ ਆਉਂਦੇ ਨੇ। ਸੋ ਇਸ ਕਰਕੇ ਪੋਲੀਟੀਕਲ ਪਾਰਟੀਆਂ ਚੋਣਾਂ ਤੋਂ ਪਹਿਲਾਂ ਵੱਡੇ ਵੱਡੇ ਵਾਅਦੇ, ਕੈਪਟਨ ਅਮਰਿੰਦਰ ਵੀ ਕਹਿੰਦਾ ਸੀ ਘਰ ਘਰ ਨੌਕਰੀ। ਘਰਾਂ 'ਚ ਆਪਸ 'ਚ ਕਿਤੇ ਨਾ ਕਿਤੇ ਮਾਮੂਲੀ ਝਗੜੇ ਵੀ ਹੋ ਗਏ ਸੀ, ਜਿੱਥੇ ਦੋ ਭਰਾ ਸੀ, ਇੱਕ ਕਹਿੰਦਾ ਮੈਂ ਨੌਕਰੀ ਲਊਂ, ਇੱਕ ਕਹਿੰਦਾ ਮੈਂ ਲਊਂ, ਜਦ ਕਿ ਆਫਰ ਸ਼ਾਇਦ ਦੋਨਾਂ ਨੂੰ ਹੀ ਨਾ ਆਈ ਹੋਵੇ। ਸੋ ਕਈ ਵਾਰੀ ਗੱਲਾਂ ਕੀਤੀਆਂ ਜਾਂਦੀਆਂ ਵੀ ਕਰਜ਼ੇ ਨਾ ਮੋੜਿਓ। ਸਾਡੀ ਸਰਕਾਰ ਆਉਣ ਵਾਲੀ ਹੈ, ਕੈਪਟਨ ਸਾਹਿਬ ਕਹਿੰਦੇ ਸੀ ਕਰਜ਼ੇ ਨਾ ਮੋੜਿਓ। ਕਈਆਂ ਨੇ, ਮੇਰੇ ਵਰਗੇ ਵਿਚਾਰਿਆਂ ਨੇ ਕਿਸ਼ਤਾਂ ਨਹੀਂ ਮੋੜੀਆਂ ਤੇ ਮੁੜ ਕੇ ਵਿਆਜ ਸਮੇਤ ਪੈਸੇ ਮੋੜੇ। ਕਿੱਥੇ ਕਰਜ਼ਾ ਦਿੱਤੇ ਬਿਨਾਂ ਕਿੱਥੇ ਖਹਿੜਾ ਛੁੱਟਦਾ ਜੀ। ਕੁਝ ਕੁ ਦਾ ਕਰਤਾ ਸੰਕੇਤਕ ਤੌਰ ਤੇ, ਉਹ ਵੀ ਰੂਰਲ ਡਿਵੈਲਪਮੈਂਟ ਫੰਡ ਕਹਿੰਦੇ ਵਿੱਚ ਵਰਤ ਗਏ। ਤੇ ਹੁਣ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਕੋਰਟ 'ਚ ਜਾਵਾਂਗੇ, ਕੇਂਦਰ ਸਾਡਾ ਰੂਰਲ ਡਿਵੈਲਪਮੈਂਟ ਫੰਡ ਨਹੀਂ ਦਿੰਦਾ। ਤੇ ਕਹਿੰਦੇ ਕੈਪਟਨ ਅਮਰਿੰਦਰ ਸਿੰਘ ਨੇ ਰੂਰਲ ਡਿਵੈਲਪਮੈਂਟ ਫੰਡ ਦੇ ਵਿੱਚ ਹੀ ਵਿਧਾਨ ਸਭਾ 'ਚ ਕਾਨੂੰਨ ਬਣਾ ਕੇ ਕੋਈ ਇੱਧਰ ਉੱਧਰ ਕਰਕੇ ਉਹਦੇ 'ਚੋਂ ਵੀ ਕਾਫੀ ਪੈਸਾ ਰੂਰਲ ਡਿਵੈਲਪਮੈਂਟ ਫੰਡ ਦਾ ਹੀ ਕਰਜ਼ਾ ਮਾਫੀ 'ਚ ਦੇਤਾ। ਵੱਡੇ ਵੱਡੇ ਚੈੱਕ ਦਿੱਤੇ ਸੀ ਉਦੋਂ। ਹੁਣ ਭਗਵੰਤ ਮਾਨ ਵੀ 6-6 7-7 ਫੁੱਟ ਦੇ ਚੈੱਕ ਦੇ ਕੇ ਆਏ ਨੇ ਕਿਸਾਨਾਂ ਨੂੰ ਮੁਆਵਜ਼ੇ ਦੇ।
ਕੈਪਟਨ ਅਮਰਿੰਦਰ ਵੇਲੇ ਵੀ ਵੱਡੇ ਵੱਡੇ ਸਮਾਗਮ ਹੁੰਦੇ ਸੀ, ਚੈੱਕ ਵੰਡ ਸਮਾਗਮ ਜੀ, ਕਰਜ਼ਾ ਮਾਫੀ ਦੇ ਚੈੱਕ ਦੇਣੇ, ਪਰ ਸਮੁੱਚੀ ਕਿਸਾਨੀ ਦਾ ਕਰਜ਼ਾ ਮਾਫ ਨਹੀਂ ਹੋਇਆ। ਇਸ ਕਰਕੇ ਹਰ ਲੋਕ ਚਾਹੁੰਦਾ ਵੀ ਜਿਹੜੀ ਗੱਲ ਹੋਵੇ ਉਹ ਸਮੁੱਚੇ ਰੂਪ 'ਚ ਲਾਗੂ ਹੋਵੇ। ਹੁਣ ਸਿਰਫ ਨਰੇਟਿਵ ਬਿਲਡ ਕਰਕੇ, ਧਾਰਨਾ ਬਣਾ ਕੇ ਗੱਲ ਅੱਗੇ ਨਹੀਂ ਵਧਣੀ। ਔਰ ਪ੍ਰਕਾਸ਼ ਸਿੰਘ ਬਾਦਲ ਦੇ ਜਾਣ ਤੋਂ ਬਾਅਦ ਲੋਕਾਂ 'ਚ ਚਰਚਾ ਹੋ ਰਹੀ ਹੈ ਵੀ ਦੇਖੋ, ਮੁਫਤ ਬਿਜਲੀ ਤਾਂ ਟਿਊਬਲਾਂ ਦੀ ਬਾਦਲ ਸਾਹਿਬ ਨੇ ਹੀ ਕਰਤੀ ਸੀ ਭਾਈ, ਤੇ ਫਿਰ ਇਹ ਵੀ ਆਮ ਆਦਮੀ ਪਾਰਟੀ ਦੇ ਵਿਰੋਧੀ ਗੱਲ ਕਰਦੇ ਨੇ ਵੀ ਤੁਸੀਂ ਸਾਡੇ ਭਾਈਚਾਰੇ 'ਚੋਂ, ਰਾਖਵੇਂ ਕਰਨ ਵਾਲੇ ਭਾਈਚਾਰੇ 'ਚੋਂ ਭਾਈ ਰਾਜ ਸਭਾ 'ਚ ਕਿਉਂ ਨਹੀਂ ਭੇਜੇ ਬੰਦੇ। ਬਹੁਤ ਸਾਰੀਆਂ ਗੱਲਾਂ ਹੁੰਦੀਆਂ ਨੇ। ਕਾਂਗਰਸ ਕਹਿਣ ਨੂੰ ਇਕਜੁੱਟ ਹੈ, ਪਰ ਬਹੁਤੀ ਇਕਜੁੱਟ ਦਿਖਦੀ ਨਹੀਂ। ਇੱਕ ਦੋ ਲੀਡਰ ਕਦੀ ਇਕੱਠੇ ਹੋ ਜਾਣ ਤੇ ਕਾਂਗਰਸ ਉਹਨੂੰ ਹੀ ਇਕਜੁੱਟਤਾ ਮੰਨ ਰਹੀ ਹੈ। ਕਾਂਗਰਸ ਮੈਕਰੋ ਲੈਵਲ ਤੇ ਉਸ ਪੱਧਰ ਤੇ ਕੰਮ ਨਹੀਂ ਕਰ ਰਹੀ ਜਿਸ ਪੱਧਰ ਤੇ ਬੀਜੇਪੀ ਜਾਂ ਆਮ ਆਦਮੀ ਪਾਰਟੀ ਕਰ ਰਹੀ ਹੈ। ਅਕਾਲੀ ਦਲ ਤੇ ਬਸਪਾ ਵੀ ਤਕੜੇ ਹੋਏ ਨੇ, ਬੀਜੇਪੀ ਵੀ ਤਕੜੀ ਹੋਈ ਹੈ। ਕਾਂਗਰਸ ਤੇ ਆਮ ਆਦਮੀ ਪਾਰਟੀ ਤਾਂ ਪਹਿਲਾਂ ਹੀ ਤਕੜੇ ਨੇ। ਹੁਣ ਜਦੋਂ ਚਾਰ ਤਕੜੇ ਨੇ ਤੇ ਫਿਰ ਭਾਈ ਕੀ ਪਤਾ ਇਹਨਾਂ ਤਕੜਿਆਂ 'ਚੋਂ ਤਕੜਾ ਕੌਣ ਹੈ। ਇਹ ਪਤਾ ਤਾਂ 10 ਮਾਰਚ ਤੋਂ ਬਾਅਦ ਹੀ ਲੱਗਣਾ, ਪਰ ਜ਼ੋਰ ਪੂਰਾ ਲੱਗਿਆ। ਹਰਦੀਪ ਪੁਰੀ ਕੇਂਦਰੀ ਮੰਤਰੀ ਆ ਰਹੇ ਨੇ, ਅਸ਼ਵਨੀ ਸ਼ਰਮਾ ਵੀ ਨਾਲ ਸੀ। ਹਰਦੀਪ ਪੁਰੀ ਕੇਂਦਰੀ ਮੰਤਰੀ ਆਏ, ਕੈਪਟਨ ਅਮਰਿੰਦਰ ਸਿੰਘ ਪ੍ਰਚਾਰ ਕਰਕੇ ਗਏ ਬੀਜੇਪੀ ਲਈ। ਅਰਵਿੰਦ ਕੇਜਰੀਵਾਲ ਰੋਡ ਸ਼ੋਅ ਕੱਢ ਕੇ ਗਏ ਸੀ। ਹੁਣ ਹੋਰ ਵੱਡੇ ਲੀਡਰ ਆਪ ਦੇ ਦਿੱਲੀ ਤੋਂ ਆਉਣ ਵਾਲੇ ਨੇ, ਮੈਂ ਸੁਣਿਆ। ਸਾਰੇ ਵਿਧਾਇਕਾਂ ਦੀਆਂ ਜ਼ਿੰਮੇਵਾਰੀਆਂ ਲੱਗੀਆਂ ਨੇ ਜਿਹੜੇ ਲੋਕਲ ਨੇ ਉੱਥੋਂ ਦੇ। ਸੋ ਅਗਲੀ ਵਾਰੀ 24 'ਚ ਜਿਹੜੇ ਟਿਕਟ ਦੇ ਦਾਅਵੇਦਾਰ ਨੇ ਪਾਰਲੀਮੈਂਟ ਦੀ, ਉਹ ਵੀ ਜਲੰਧਰ 'ਚ ਜ਼ੋਰ ਲਾ ਰਹੇ ਨੇ ਆਪਣੇ ਵੱਲੋਂ ਵੀ ਅਸੀਂ ਪੂਰੀਆਂ ਰਿਸ਼ਤੇਦਾਰੀਆਂ ਕੱਢ ਕੇ ਇੱਥੇ ਵੋਟਾਂ ਪਵਾਵਾਂਗੇ ਜੀ। ਸਾਰੀਆਂ ਪਾਰਟੀਆਂ ਦਾ ਇਹ ਹਾਲ ਹੈ। ਕਾਂਗਰਸ 'ਚ ਵੀ ਜਿਹੜੇ ਟਿਕਟ ਲੈਣ ਦੇ ਇੱਛਕ ਨੇ ਉਹ ਸਾਰੇ ਸਰਗਰਮ ਨੇ ਜਲੰਧਰ 'ਚ, ਬੀਜੇਪੀ 'ਚ ਵੀ। ਸੋ 2024 ਦਾ ਦੰਗਲ ਬਹੁਤ ਮਗੇਗਾ, ਸਖਤ ਹੋਏਗਾ। ਪਰ ਜਲੰਧਰ ਦੀ ਜ਼ਿਮਨੀ ਚੋਣ ਦਾ ਗਰਾਊਂਡ ਰਿਪੋਰਟ ਇਹੀ ਹੈ ਜੀ, ਲੋਕ ਸੋਚ ਸਮਝ ਕੇ ਵੋਟ ਪਾਉਣਗੇ ਤੇ ਬੜਾ ਫਸਵਾਂ ਮੁਕਾਬਲਾ ਹੈ ਹਰਜੋਤ ਜੀ। ਸਾਰਿਆਂ ਦੀ ਡੋਰ ਬਰੇਲੀ ਦੀ ਆ, ਪਤਾ ਨਹੀਂ ਕਿਹੜੀ ਬਚਣੀ ਹੈ ਤੇ ਕਿਹੜੀ ਕੱਟੀ ਜਾਣੀ ਹੈ। ਤੇ ਡੱਲਾ ਜੀ, ਹੁਣ ਗੱਲ ਕਰ ਲਈਏ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਨਾਲ ਜੁੜੀ ਹੋਈ, ਜਿਸ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇੱਕ ਬੜਾ ਹੀ ਵਧੀਆ ਕਦਮ ਚੱਕਿਆ ਗਿਆ। ਗੱਲ ਕਰ ਰਹੇ ਹਾਂ 8ਵੀਂ ਵਿੱਚ 600 ਵਿੱਚੋਂ 600 ਅੰਕ ਪ੍ਰਾਪਤ ਕਰਨ ਵਾਲੀਆਂ ਉਹਨਾਂ 3 ਵਿਦਿਆਰਥਣਾਂ ਦੀ, ਜਿਨ੍ਹਾਂ ਨੂੰ ਸੀਐਮ ਭਗਵੰਤ ਮਾਨ ਖੁਦ ਮਿਲੇ ਅਤੇ ਉਹਨਾਂ ਨੂੰ ਜੋ ਹੈ ਨਗਦ ਇਨਾਮ ਵੀ ਦਿੱਤਾ ਗਿਆ। ਸੋ ਕਿਵੇਂ ਦੇਖਦੇ ਹੋ ਪੰਜਾਬ ਸਰਕਾਰ ਵੱਲੋਂ ਜਿਹੜਾ ਇਹ ਕਦਮ ਚੁੱਕਿਆ ਗਿਆ? ਕਿਤੇ ਨਾ ਕਿਤੇ ਨੌਜਵਾਨਾਂ ਨੂੰ, ਵਿਦਿਆਰਥੀਆਂ ਨੂੰ ਉਤਸ਼ਾਹ ਵੀ ਮਿਲਦਾ ਹੈ। ਕੀ ਕਹੋਗੇ ਤੁਸੀਂ? 8ਵੀਂ ਕਲਾਸ ਦੇ ਰਿਜ਼ਲਟ ਆਏ ਨੇ ਜੀ ਹਰਜੋਤ ਜੀ, ਪੰਜਾਬ ਸਕੂਲ ਸਿੱਖਿਆ ਬੋਰਡ ਦੇ, ਔਰ 3 ਵਿਦਿਆਰਥਣਾਂ ਨੇ ਜਿਨ੍ਹਾਂ ਨੇ 600 ਵਿੱਚੋਂ 600 ਅੰਕ ਹਾਸਲ ਕੀਤੇ ਆ। ਬੜੇ ਔਖੇ ਹੁੰਦੇ ਭਾਈ, ਪਤਾ ਨਹੀਂ ਕਿਵੇਂ ਹਾਸਲ ਕੀਤੇ। ਇਹਦਾ ਮਤਲਬ ਹੈ ਬਹੁਤ ਮਿਹਨਤ ਕਰਨੀਆਂ ਹੋਣਗੀਆਂ ਤਿੰਨੇ ਵਿਦਿਆਰਥਣਾਂ। ਤਿੰਨਾਂ ਵਿਦਿਆਰਥਣਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਮਿਲੇ, ਆਸ਼ੀਰਵਾਦ ਦਿੱਤਾ ਔਰ ਉਹਨਾਂ ਨੂੰ ਸ਼ਗਨ ਵੀ ਦਿੱਤਾ ਇੱਕ ਤਰੀਕੇ ਨਾਲ ਇਨਾਮ ਦੇ ਤੌਰ ਤੇ। ਪ੍ਰਕਾਸ਼ ਸਿੰਘ ਬਾਦਲ ਵੇਲੇ ਵੀ ਕਈ ਵਾਰੀ ਇਸ ਤਰੀਕੇ ਦੀ ਪਰੰਪਰਾ ਦੇਖਣ ਨੂੰ ਮਿਲਦੀ ਸੀ, ਪਰ ਭਗਵੰਤ ਮਾਨ ਨੇ ਇਹ ਇੱਕ ਸਰਕਾਰ ਵੱਲੋਂ ਚੰਗਾ ਕਦਮ ਚੱਕਿਆ। 51 ਹਜ਼ਾਰ ਰੁਪਇਆ ਤਿੰਨਾਂ ਵਿਦਿਆਰਥੀਆਂ ਨੂੰ ਦਿੱਤਾ ਗਿਆ, ਫਸਟ, ਸੈਕੰਡ, ਥਰਡ, ਪਰ ਨੰਬਰ ਸਾਰਿਆਂ ਦੇ 600 ਚੋਂ 600। ਸੋ ਇਹ ਇੱਕ ਚੰਗਾ ਕਦਮ ਹੈ। ਹਰ ਕਲਾਸ ਦੇ ਵਿੱਚ ਜਦੋਂ ਸੂਬੇ ਪੱਧਰ ਤੇ ਰਿਜ਼ਲਟ ਆਉਂਦਾ ਹੈ, ਇਸ ਤਰ੍ਹਾਂ ਦੀ ਪ੍ਰਥਾ ਜ਼ਰੂਰ ਹੋਣੀ ਚਾਹੀਦੀ ਹੈ। ਇਹਦੇ ਨਾਲ ਵਿਦਿਆਰਥੀਆਂ ਦਾ ਹੌਸਲਾ ਵੱਧਦਾ ਹੈ। ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਜ਼ਰੂਰ ਵਿਦਿਆਰਥੀਆਂ ਦੇ ਲਈ ਕੋਈ ਇਸ ਤਰੀਕੇ ਦੀ ਯੋਜਨਾ ਲਿਆਉਣੀ ਚਾਹੀਦੀ ਹੈ। ਜਿਹੜੇ ਵਿਦਿਆਰਥੀ ਮੈਰਿਟ 'ਚ ਥਾਂ ਹਾਸਲ ਕਰਦੇ ਨੇ, ਉਹਨਾਂ ਦਾ ਵੀ ਥੋੜ੍ਹਾ ਬਹੁਤਾ ਮਾਣ ਸਤਿਕਾਰ ਹੋਵੇ, ਕਿਉਂਕਿ ਇਹ ਜ਼ਰੂਰੀ ਅੱਜ ਦੇ ਸਮੇਂ ਦੇ ਵਿੱਚ। ਵਿਦਿਆਰਥੀਆਂ ਕੋਲੇ ਆਪਣੇ ਕੋਈ ਸਾਧਨ ਨਹੀਂ ਹੁੰਦੇ, ਸਿਰਫ ਪਰਿਵਾਰ ਵੱਲੋਂ ਉਹਨਾਂ ਨੂੰ ਜਿਹੜੇ ਜੇਬ ਖਰਚ ਮਿਲਦਾ ਜਾਂ ਫਿਰ ਕੋਈ ਰਿਸ਼ਤੇਦਾਰੀ 'ਚ ਆਇਆ ਹੋਵੇ ਤੇ ਸ਼ਗਨ ਮਿਲਦਾ। ਸੋ ਵਿਦਿਆਰਥੀਆਂ ਲਈ ਵੀ ਜ਼ਰੂਰ ਸਰਕਾਰ ਸੋਚੇ। ਸੋ ਬਹੁਤ ਬਹੁਤ ਧੰਨਵਾਦ ਡੱਲਾ ਜੀ ਤੁਹਾਡਾ ਕਿ ਤੁਸੀਂ ਇਹਨਾਂ ਸਾਰੀਆਂ ਖਬਰਾਂ ਦੇ ਉੱਪਰ ਪੂਰਾ ਐਨਾਲਿਸਿਸ ਜੋ ਹੈ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਹਾਂ ਪ੍ਰੋਗਰਾਮ ਦੇ ਨਾਲ ਜੁੜੇ ਰਹਿਣ ਦੇ ਲਈ। ਇਸ ਦੇ ਨਾਲ ਹੀ ਮੈਨੂੰ ਯਾਨੀ ਕਿ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ। ਧੰਨਵਾਦ, ਬਹੁਤ ਬਹੁਤ ਧੰਨਵਾਦ ਜੀ।